ਕੁਝ ਕੁੜੀਆਂ ਦੀ ਮਜਬੂਰੀ ਦਾ ਮਤਲਬ ਫਾਇਦਾ ਵੀ ਚੁੱਕਿਆ ਜਾਂਦਾ, ਕੰਮ ਬਦਲੇ ਸਮਝੌਤਾ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਉੱਥੇ ਸ਼ੋਸ਼ਣ ਵੀ ਹੁੰਦਾ। ਇਹ ਗੱਲਾਂ ਸੱਚੀਆਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ। ਇੱਥੇ ਸਟੂਡੈਂਟਸ ਨੂੰ ਕੰਮ ਨਹੀਂ ਮਿਲਦਾ, ਬਹੁਤ ਸਾਰੇ ਸਟਰਗਲ ਕਰਨੇ ਪੈਂਦੇ ਆ, ਬਹੁਤ ਸਾਰੇ ਕੰਪਰੋਮਾਈਜ਼ਸ ਕਰਨੇ ਪੈਂਦੇ ਆ। ਜਦੋਂ ਮੈਂ ਇੰਡੀਆ 'ਚ ਸੀ, ਜਦੋਂ ਮੈਂ ਆਈਲੈਟਸ ਕਰ ਰਹੀ ਸੀ, ਉਦੋਂ ਮੇਰੇ ਸੁਪਨੇ ਬਹੁਤ ਵੱਡੇ ਸੀ ਵੀ ਹਾਂ ਮੈਂ ਜਾਊਂਗੀ। ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਲਾਈਫ ਬਹੁਤ ਡਿਫਿਕਲਟ ਆ। ਜੋ ਸੁਪਨੇ ਅਸੀਂ ਇੰਡੀਆ 'ਚ ਦੇਖਦੇ ਆ ਉਹ ਕੁਝ ਵੀ ਨਹੀਂ ਹੈਗਾ ਇੱਥੇ। ਮੈਂ ਇੱਥੇ ਆ ਕੇ ਪਛਤਾਉਣੀ ਆ ਵੀ ਇਹੀ ਅਗਰ ਮੈਂ ਟੈਲੈਂਟ ਨੂੰ ਉੱਥੇ ਅੱਗੇ ਵਧਾਇਆ ਹੁੰਦਾ ਆਪਦਾ ਤਾਂ ਸ਼ਾਇਦ ਮੈਂ ਕੁਝ ਬਣ ਸਕਦੀ ਸੀ। ਜਿਹੜੇ ਤਾਂ ਗੋਰੇ ਆ ਉਹ ਪੰਜਾਬ 'ਚ ਨੌਕਰੀ ਕਰਨ ਆਇਆ ਕਰਨਗੇ, ਤੇ ਤੁਹਾਡੇ ਨਾਲ ਕਿਸੇ ਨੇ ਕੋਈ ਰਾਏ ਕੀਤੀ ਵੀ ਭਾਈ ਮੈਂ ਜਾਣਾ ਇਧਰ ਭੁੱਚੋ ਮੰਡੀ ਵੱਲ ਜਾਣਾ ਚਾਹੁੰਦਾ? ਪੋਸੀਬਲ ਵੀ ਹੋ ਸਕਦੀ ਹੈ ਜੇ ਸਾਡੀ ਸਰਕਾਰਾਂ ਚੰਗੀਆਂ ਹੋਣ ਤਾਂ, ਕਿਉਂਕਿ ਜੋ ਸਾਡਾ ਹੈਗਾ ਸੀ ਨਾ ਕਿ ਜੋ ਅਸੀਂ ਆਪਦੀ ਕਾਬਲੀਅਤ ਸੀ, ਜੇ ਅਸੀਂ ਆਪਦੀ ਕੰਟਰੀ ਯੂਜ਼ ਕਰਦੇ, ਸਾਡੀ ਕੰਟਰੀ ਕਿਤੇ ਦੀ ਕਿਤੇ ਹੁੰਦੀ ਸੀ। ਸਹੀ ਕਿ ਅਸੀਂ ਇੱਥੇ ਆ ਕੇ ਸੋਚਦੇ ਹਾਂ ਪੰਜਾਬੀ ਦੀ ਹੈਲਪ ਕਰੂਗਾ, ਪਰ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਪੰਜਾਬੀਆਂ ਦਾ ਬਿਹੇਵੀਅਰ ਪੰਜਾਬੀਆਂ ਨਾਲ ਹੋਰ ਵੀ ਜ਼ਿਆਦਾ ਬੁਰਾ ਹੈ। ਜੇ ਤੁਹਾਡੇ ਸੂਬੇ ਦੇ ਵਿੱਚ ਤੁਹਾਡੀ ਕਾਬਲੀਅਤ ਦੇ ਮੁਤਾਬਕ ਤੁਹਾਨੂੰ ਰੁਜ਼ਗਾਰ ਮਿਲਦਾ ਜੀ, ਫਿਰ ਤੁਸੀਂ ਆਉਂਦੇ ਇੰਗਲੈਂਡ ਨੂੰ? ਜਿਸ ਫੀਲਡ 'ਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹ ਤੋਂ ਤੁਸੀਂ ਭੁੱਲ ਜਾਓ ਕਿ ਤੁਹਾਨੂੰ ਸ਼ੁਰੂਆਤ 'ਚ ਇੱਥੇ ਜੌਬ ਮਿਲ ਜੂਗੀ। ਨਵੇਂ ਬੰਦੇ ਦੇ ਲਈ ਪੈਰ ਲਾਉਣੇ ਇੰਗਲੈਂਡ ਦੇ ਵਿੱਚ ਕਿੰਨੇ ਕੁ ਔਖੇ ਆ? ਜਿੱਥੇ ਵੀ ਜਾਂਦੇ ਆ ਰੂਮ ਲਈ ਪੁੱਛਦੇ ਆ, ਘਰ ਲਈ ਪੁੱਛਦੇ ਆ, ਸਭ ਤੋਂ ਪਹਿਲਾਂ ਉਹੀ ਪੁੱਛਦੇ ਆ ਵੀ ਕਪਲ ਲਈ ਅਵੇਲੇਬਲ ਹੈ, ਬੱਚੇ ਲਈ ਨਹੀਂ। ਬੱਚਾ ਹੈ ਤਾਂ ਬੱਚੇ ਨੂੰ ਕਿੱਥੇ ਛੱਡ ਕੇ ਆਈਏ? ਬਾਈ ਜੀ ਕਿੰਨੇ ਕੁ ਔਖੇ ਸੀ ਇੱਥੇ ਪੈਰ ਲਾਉਣੇ ਜਾਂ ਇੱਥੋਂ ਦੇ ਮਾਹੌਲ ਨੂੰ ਸਮਝ ਸਕਣਾ ਉਸ ਦੇਸ਼ ਨੂੰ ਜਿੱਥੇ ਰਹਿੰਦਾ ਕੋਈ ਨਹੀਂ ਤੁਹਾਡਾ? ਜਿਹੜੇ ਲੋਕਲ ਬਿਲਡਰ ਨੇ, ਜਿਹੜੇ ਆਪਣੇ ਪੰਜਾਬੀ ਜਿਨ੍ਹਾਂ ਨਾਲ ਸਾਡਾ ਸਹਾਰਾ ਬਣਨਾ ਹੁੰਦਾ ਹਾਂ, ਮੋਸਟ ਆਫ ਦਾ ਟਾਈਮ ਸਾਡੇ ਪੈਸੇ ਮਾਰ ਜਾਂਦੇ ਨੇ, ਜੋ ਕਿ ਇੱਥੇ ਦੀ ਟਿਊਰ ਰਿਐਲਿਟੀ ਹੈ, ਜਿਹੜੀ ਇੱਥੇ ਦੀ ਸੱਚਾਈ ਹੈ। ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਠੰਡ ਮੰਨ ਰਹੇ ਹੋ ਯੂਕੇ? ਠੰਡ ਬੇਹੱਦ ਆ ਭਾਈ, ਬੇਹੱਦ ਕੀ ਦੱਸਾਂ, ਜਿਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਬਿਲਕੁਲ ਜੀ। ਆਪਣੇ ਤਾਂ ਪੋਹ ਮਾਘ ਦੀ ਠੰਡ ਹੁੰਦੀ ਬਹੁਤ ਘੱਟ ਆ, ਇੱਥੇ ਆ ਕੇ ਪਤਾ ਲੱਗਦਾ ਵੀ ਕੰਨ ਠਰੇ ਪਏ ਆ, ਹੱਥਾਂ ਨੂੰ ਕਾਂਬਾ ਜਾ ਚੜਦਾ, ਹੱਡਾਂ ਨੂੰ ਠੰਡ ਕਿਵੇਂ ਪੈਂਦੀ ਹੈ, ਹੱਡਾਂ ਨੂੰ ਚੀਰਦੀ ਆ। ਇੱਥੇ ਆ ਕੇ ਪਤਾ ਲੱਗਦਾ। ਹਾਂ ਬਿਲਕੁਲ, ਪਰ ਇੱਥੇ ਮਾਹੌਲ ਬਹੁਤ ਸੋਹਣਾ, ਵਾਤਾਵਰਨ ਬੜਾ ਪਿਆਰਾ ਹੈ। ਤੁਸੀਂ ਆਲੇ ਦੁਆਲੇ ਦੇ ਜਿਹੜੇ ਦ੍ਰਿਸ਼ ਦੇਖ ਰਹੇ ਹੋ, ਮਗਰਲੇ ਪਾਸੇ ਵੀ ਜੋ ਦਿਸ ਰਿਹਾ ਉਹ ਤੁਹਾਨੂੰ ਚੰਗਾ ਲੱਗੂਗਾ, ਅੱਖਾਂ ਨੂੰ ਚੰਗਾ ਲੱਗਣ ਵਾਲਾ ਦ੍ਰਿਸ਼ ਆ। ਇਧਰ ਪੰਛੀ ਆ ਜਿਹੜੇ ਉਹ ਵੀ ਇਸ ਵੇਲੇ ਆਪਦੀਆਂ ਆਵਾਜ਼ਾਂ ਕੱਢ ਰਹੇ ਆ, ਵੰਨ-ਸਵੰਨੀਆਂ, ਸੋਹਣਾ ਘਾਹ ਮਗਰ, ਸੋਹਣੇ ਮਗਰ ਦ੍ਰਿਸ਼ ਹੈਗੇ ਆ। ਤੇ ਸਾਡੇ ਨਾਲ ਹਰਮਨ ਜੀ ਅੱਜ ਵਿਦਿਆਰਥੀ ਨੇ ਜੀ, ਇਹ ਗੁੜੀਆ, ਇਹ ਬੱਚੀ, ਇਹ ਵੀਰ ਜੀ, ਇਧਰਲੇ ਪਾਸੇ ਵੀਰ ਜੀ, ਇਹ ਜਿੰਨੇ ਵੀ ਇਸ ਵੇਲੇ ਵਿਦਿਆਰਥੀ ਨੇ ਇਹ ਪਿਛਲੇ ਕੁਝ ਕੁ ਮਹੀਨਿਆਂ 'ਚ ਜਾਂ ਕੁਝ ਕੁ ਵਰ੍ਹਿਆਂ ਦੇ ਵਿੱਚ ਇੱਥੇ ਆਏ ਆ। ਜਦੋਂ ਵੀ ਮਾਂ-ਬਾਪ ਕਿਸੇ ਵੀ ਮੁੰਡੇ ਜਾਂ ਕੁੜੀ ਨੂੰ, ਧੀ ਜਾਂ ਪੁੱਤ ਨੂੰ ਵਿਦੇਸ਼ ਦੇ ਵੱਲ ਭੇਜਦੇ ਆ, ਉਹਨਾਂ ਦੀ ਇੱਛਾ ਹੁੰਦੀ ਹੈ ਜੀ ਕਿ ਅੱਜ ਇਹ ਗਏ ਆ, ਬਹੁਤ ਜਲਦ ਪੱਕੇ ਹੋ ਜਾਣਗੇ, ਜਾਣਸਾਰ ਪੈਸੇ ਭੇਜ ਦੇਣਗੇ, ਬਸ ਦਿੱਕਤ ਕੋਈ ਨਹੀਂ। ਅਸੀਂ ਬਹੁਤੀ ਵਾਰ ਜਹਾਜ਼ ਦੀ ਤਾਕੀ ਨੂੰ ਹੱਥ ਪਵਾ ਦਿੰਨੇ ਆ ਤੇ ਬਾਅਦ ਦੇ ਵਿੱਚ ਕਹਿ ਦਿੰਨੇ ਕਿ ਹੁਣ ਕਦੋਂ ਕੁ ਪੈਸੇ ਭੇਜੇਗਾ, ਆਪਾਂ ਵਿਆਜ ਦੇਣਾ। ਪਰ ਇੱਥੇ ਆ ਕੇ ਚੁਣੌਤੀਆਂ ਦਾ ਕਿਹੜੀਆਂ ਦਾ ਸਾਹਮਣਾ ਕਰਨਾ ਪੈਂਦਾ। ਅਸਲ 'ਚ ਟਾਣਾ ਸਾਹਿਬ ਮੈਨੂੰ ਇਹ ਲੱਗਦਾ ਮਜਬੂਰੀ ਹੈ, ਮਾਪਿਆਂ ਦੀ ਵੀ ਮਜਬੂਰੀ ਹੈ, ਕਿਉਂਕਿ ਉਹ ਕਰਜ਼ਾ ਚੁੱਕ ਕੇ ਤੇ ਫਿਰ ਆਪਣੇ ਧੀਆਂ ਪੁੱਤਾਂ ਨੂੰ ਸੁਪਨੇ ਪੂਰੇ ਕਰਨ ਲਈ ਵਿਦੇਸ਼ ਤੇ ਜਾਣਕਾਰੀ ਦੀ ਵੀ ਘਾਟ ਆ ਜੀ। ਤੇ ਦੂਸਰੇ ਬੰਨੇ ਇਹ ਸਾਡੀ ਵੀ ਨੌਜਵਾਨਾਂ ਦੀ ਮਜਬੂਰੀ ਹੈ ਵੀ ਜੇਕਰ ਇੰਨੀਆਂ ਸਾਡੀਆਂ ਜਿਹੜੀਆਂ ਚੁਣੌਤੀਆਂ ਸਾਡੇ ਮੁਲਕ ਦੇ ਵਿੱਚ ਨਾ ਹੋਣ, ਜੇ ਇੰਨੇ ਸੁਪਨੇ ਸਾਡੇ ਸਰਕਾਰ ਸਾਡੇ ਮੁਲਕ ਦੇ ਵਿੱਚ ਹੁੰਦੇ ਹੋਣ ਤਾਂ ਕਿਸੇ ਦਾ ਜੀ ਨਹੀਂ ਕਰਦਾ ਆਪਣੀਆਂ ਜੜ੍ਹਾਂ ਛੱਡਣ ਨੂੰ। ਬਹੁਤ ਸਾਰੇ ਲੋਕ ਖੁਸ਼ੀ ਵੀ ਆਉਂਦੇ ਨੇ, ਪਰ ਬਹੁਤੇ ਜਿਹੜੇ ਨੇ ਉਹ ਮਜਬੂਰੀ ਵਸ ਇਹ ਵਿਦੇਸ਼ੀ ਧਰਤੀ ਵੱਲ ਕੁਝ ਕਰਦੇ। ਠੀਕ ਠਾਕ ਹੋ ਜੀ, ਚੜ੍ਹਦੀ ਕਲਾ ਦੇ ਵਿੱਚੋਂ ਜਿੰਦਾਬਾਦ ਹੋ? ਜਿੰਦਾਬਾਦ। ਅੱਛਾ ਠੀਕ ਹੈ ਜੀ, ਬਹੁਤ ਮਿਹਰਬਾਨੀ। ਹਾਂ ਮੈਨੂੰ ਇਹ ਪਤਾ ਵੀ ਇਧਰਲੇ ਪਾਸੇ ਸਾਥੀ ਹਰਿਆਣੇ ਤੋਂ ਵੀ ਨੇ ਤੇ ਇਧਰਲੇ ਬਾਈ ਜੀ ਸਾਡੇ ਪੰਜਾਬ ਤੋਂ ਨੇ। ਆਪਾਂ ਪੰਜਾਬੀ ਤੇ ਹਰਿਆਣਵੀ ਸਾਰੇ ਇਕੱਠੇ ਹਾਂ। ਬਿਲਕੁਲ ਸਹੀ। ਆਪਾਂ ਅੱਜ 1966 ਵਾਲੀ ਗੱਲ ਸਾਰੀ ਖਤਮ, ਸਾਰਾ ਸਾਂਝਾ ਪੰਜਾਬ ਅੱਜ। ਕੀ ਤੁਹਾਡਾ ਨਾਂ ਕੀ ਆ? ਮੇਰਾ ਨਾਮ ਨਿਸ਼ਾ ਹੈ। ਨਿਸ਼ਾ ਜੀ, ਤੇ ਤੁਸੀਂ ਕਿੱਥੋਂ ਦੇ ਵਸਨੀਕ ਹੋ? ਮੈਂ ਸਿਰਸਾ ਤੋਂ। ਸਿਰਸਾ ਹਰਿਆਣਾ ਤੋਂ। ਕੋਈ ਪਿੰਡ ਕਿਹੜਾ? ਪਿੰਡ ਮੇਰਾ ਮਾਨਸਾ ਜੀ, ਮਾਨਸਾ ਜ਼ਿਲ੍ਹਾ ਦੇ ਕੋਲੇ ਹੈਗਾ ਫੱਤਾ ਮਾਲੋ ਦਾ। ਮੇਰੇ ਦਾਦਕੇ ਹੈ, ਮੇਰਾ ਪਰਿਵਾਰ ਉੱਥੋਂ ਦਾ ਹੀ ਹੈ ਬੇਸਿਕਲੀ। ਕਿੰਨਾ ਸਮਾਂ ਹੋ ਗਿਆ ਨਿਸ਼ਾ ਜੀ ਤੁਹਾਨੂੰ ਇੱਥੇ ਆਇਆ? ਮੈਨੂੰ ਸਰ 4 ਮਹੀਨੇ ਹੋਏ ਆ। ਅੱਛਾ ਹਾਂਜੀ। ਚਲੋ ਪਹਿਲਾਂ ਤੁਸੀਂ ਲੰਡਨ ਵਾਲਾ ਸ਼ਹਿਰ ਹੀ ਚੁਣਿਆ? ਨਹੀਂ, ਪਹਿਲਾਂ ਜਿੱਥੇ ਮੇਰੀ ਯੂਨੀਵਰਸਿਟੀ ਸੀ ਮੈਂ ਉੱਥੇ ਰਹੀ, ਬਟ ਉੱਥੇ ਮੈਨੂੰ ਬਹੁਤ ਡਿਫਿਕਲਟਸ ਆਈਆਂ। ਫਿਰ ਇੱਥੇ ਮੇਰੀ ਇੱਕ ਜਾਣਕਾਰ ਸੀਗੇ, ਮੇਰੇ ਭਾਈ ਨੇ,
ਸਾਡੇ ਹੋਮ ਟਾਊਨ ਤੋਂ ਹੀ ਨੇ, ਉਹਨਾਂ ਦੇ ਕਰਕੇ ਮੈਂ ਇੱਥੇ ਆ ਗਈ ਸੋ ਦੈਟ ਮੈਨੂੰ ਕੀ ਥੋੜਾ ਪਹਿਲਾਂ ਉਤਰੇ ਕਿੱਥੇ ਸੀ ਉਤਰੀ ਮੈਂ ਇੱਥੇ ਸੀ ਲੰਡਨ ਤੇ ਕਿਹੜੇ ਸ਼ਹਿਰ 'ਚ ਰਹਿਣ ਲੱਗੇ ਸੀ? ਲੀਡਸ। ਲੀਡਸ। ਹਾਂਜੀ। ਤੇ ਹੁਣ ਤੁਸੀਂ ਹੇਸ ਦੇ ਵਿੱਚ ਰਹਿੰਦੇ ਹੋ। ਹਾਂਜੀ ਹਾਂਜੀ ਜਦੋਂ ਨਿਸ਼ਾ ਹੋਰਾਂ ਨੇ ਉੱਥੇ ਆਈਲੈਟਸ ਕੀਤੀ, ਹਾਂਜੀ ਪੜ੍ਹਾਈ ਕੀਤੀ, ਜਦੋਂ ਇੱਧਰ ਨੂੰ ਮੂੰਹ ਕੀਤਾ ਵੀ ਇੰਗਲੈਂਡ ਵੱਲ ਚੱਲੇ ਆ, ਹਾਂਜੀ। ਉਦੋਂ ਮਨ ਦੇ ਵਿੱਚ ਕੀ ਸੀ ਤੇ ਜਦੋਂ ਇੱਥੇ ਆ ਕੇ ਉਤਰੇ ਆ ਤੇ ਫਿਰ ਸੱਚਾਈ ਦਾ ਕਿਵੇਂ ਸਾਹਮਣਾ ਕਰਨਾ ਪਿਆ? ਸੱਚਾਈ ਕੀ ਸੀ? ਸਰ ਇਹ ਤਾਂ ਬਿਲਕੁਲ ਹੀ ਡਿਫਰੈਂਟ ਸੀਗਾ। ਜਦੋਂ ਮੈਂ ਇੰਡੀਆ 'ਚ ਸੀ, ਜਦੋਂ ਮੈਂ ਆਈਲੈਟਸ ਕਰ ਰਹੀ ਸੀ, ਉਦੋਂ ਮੇਰੇ ਸੁਪਨੇ ਬਹੁਤ ਵੱਡੇ ਸੀ ਵੀ ਹਾਂ ਮੈਂ ਜਾਊਂਗੀ, ਮੈਂ ਇੱਕ ਆਰਟਿਸਟ ਹਾਂ, ਮੇਰੀ ਉੱਥੇ ਜਾ ਕੇ ਲਾਈਫ ਬਹੁਤ ਵਧੀਆ ਹੋਊਗੀ ਤੇ ਮੈਂ ਉਹ ਸਭ ਕੁਝ ਗੇਨ ਕਰੂੰਗੀ ਜੋ ਮੇਰੇ ਅੰਦਰ ਟੈਲੈਂਟ ਹੈਗਾ। ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਸੱਚਾਈ ਕੁਝ ਹੋ ਰਹੀ ਹੈ। ਇੱਥੇ ਆ ਕੇ ਜਦੋਂ ਮੈਂ ਦੇਖਿਆ ਇੰਨੀ ਡਿਫਿਕਲਟਸ, ਖਾਣ ਪੀਣ ਦਾ ਵੀ ਬਹੁਤ ਜ਼ਿਆਦਾ ਮਤਲਬ ਸਾਨੂੰ ਟਾਈਮ ਤੇ ਨਹੀਂ ਮਿਲਣਾ ਤੇ ਜੌਬ ਵਾਸਤੇ ਦਿਨ ਰਾਤ ਭੱਜੇ ਰਹਿਣਾ, ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਕਹਿਣਾ ਵੀ ਹਾਂ ਸਾਨੂੰ ਜੌਬ ਦੇ ਦਿਓ, ਜੌਬ ਦੇ ਦਿਓ। ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਲਾਈਫ ਬਹੁਤ ਡਿਫਿਕਲਟ ਹੈ। ਜੋ ਸੁਪਨੇ ਅਸੀਂ ਇੰਡੀਆ 'ਚ ਦੇਖਦੇ ਆ ਉਹ ਕੁਝ ਵੀ ਨਹੀਂ ਹੈਗਾ ਇੱਥੇ। ਉੱਥੇ ਰਹਿ ਕੇ ਸਾਨੂੰ ਲੱਗਦਾ ਵੀ ਅਸੀਂ ਜਾਵਾਂਗੇ, ਜਾਂਦੇ ਹੀ ਅਸੀਂ ਪੈਸੇ ਕਮਾਉਣੇ ਸ਼ੁਰੂ ਕਰਨੇ ਆ, ਕਰਜ਼ੇ ਲਾ ਦੇਣੇ ਆ, ਮਾਪਿਆਂ ਨੂੰ ਸੌਖਾ ਕਰ ਦੇਣਾ, ਬਟ ਇੱਥੇ ਬਹੁਤ ਔਖਾ ਹੈ। ਇੱਕ ਦਿਨ ਰਹਿਣਾ ਵੀ ਬਹੁਤ ਔਖਾ ਹੈ। ਬਹੁਤ ਸਾਰੀਆਂ ਡਿਫਿਕਲਟਸ ਨੂੰ ਸਾਹਮਣਾ ਕਰਨਾ ਪੈਂਦਾ ਹੈ। ਜੇ ਉਹਨਾਂ ਨੂੰ ਆਪਾਂ ਸਾਹਮਣਾ ਕਰ ਗਏ ਤਾਂ ਆਪਾਂ ਇੱਥੇ ਟਿਕ ਸਕਦੇ ਹਾਂ, ਅਦਰਵਾਈਜ਼ ਇੱਥੇ ਕੋਈ ਬੰਦਾ ਨਹੀਂ। ਨਿਸ਼ਾ ਦਾ ਸਭ ਤੋਂ ਵੱਧ ਕੌੜਾ ਤਜਰਬਾ 4 ਮਹੀਨੇ ਦੇ ਵਿੱਚ ਕਿਹੜਾ ਰਿਹਾ? ਸਭ ਤੋਂ ਵੱਧ ਕੌੜਾ ਤਜਰਬਾ? ਤੇ ਮੇਰਾ ਸਭ ਤੋਂ ਕੌੜਾ ਤਜਰਬਾ ਪਹਿਲੀ ਗੱਲ ਤਾਂ ਉਹ ਰਿਹਾ ਜਦੋਂ ਮੈਂ ਇੱਕ ਘਰ 'ਚ ਰਹਿਣ ਵਾਸਤੇ ਗਈ ਤੇ ਉਹਨਾਂ ਦਾ ਬਿਹੇਵੀਅਰ ਜੋ ਸੀ ਮੇਰੇ ਵਾਸਤੇ ਬਹੁਤ ਗੰਦਾ ਸੀਗਾ। ਜਦੋਂ ਮੈਂ ਉੱਥੇ ਰੂਮ ਲਿਆ ਤੇ ਉਹ ਜਿਹੜੇ ਮਕਾਨ ਮਾਲਿਕ ਸੀਗੇ ਉਹਨਾਂ ਦਾ ਇੱਥੋਂ ਤੱਕ ਸੀਗਾ ਵੀ ਅਸੀਂ ਤੁਹਾਨੂੰ ਖਾਣਾ ਵੀ ਇੱਕ ਟਾਈਮ ਦੇਣਾ ਹੈ, ਸਿਰਫ 120 ਪਾਉਂਡ ਅਸੀਂ ਤੁਹਾਡੇ ਕੋਲੋਂ ਖਾਣੇ ਦੇ ਲੈਣੇ ਆ, ਪਰ ਉਹ ਜਿਹੜਾ ਖਾਣਾ ਵੀ ਦੇਣਾ ਸਾਨੂੰ 2 ਹੀ ਰੋਟੀਆਂ ਦੇਣੀਆਂ ਬਸ ਉਹਨਾਂ ਨੇ ਇੱਕ ਟਾਈਮ ਦੀਆਂ। ਅੱਛਾ। ਹਾਂਜੀ, ਸਭ ਤੋਂ ਕੌੜਾ ਤਜਰਬਾ ਉਹ ਸੀ। ਪਰ ਰੂਮ ਇੰਨਾ ਛੋਟਾ ਸੀਗਾ ਕਿ 450 ਪਾਉਂਡ 'ਚ ਅਸੀਂ ਰੂਮ ਲਿਆ, ਜਿਹਦੇ ਵਿੱਚ 2 ਕੁੜੀਆਂ ਸ਼ੇਅਰ ਕਰ ਰਹੀਆਂ ਸੀਗੀਆਂ। ਉੱਥੇ ਇੱਕ ਦਿਨ ਵੀ ਬੰਦਾ ਕੱਟ ਨਹੀਂ ਸਕਦਾ ਸੀਗਾ। ਫਿਰ ਉਹਨਾਂ ਦਾ ਬੋਲਣ ਦਾ ਤਰੀਕਾ, ਹਾਲਾਂਕਿ ਅਸੀਂ ਇੱਥੇ ਆ ਕੇ ਸੋਚਦੇ ਹਾਂ ਪੰਜਾਬੀ ਦੀ ਹੈਲਪ ਕਰੂਗਾ, ਪਰ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਪੰਜਾਬੀਆਂ ਦਾ ਬਿਹੇਵੀਅਰ ਪੰਜਾਬੀਆਂ ਨਾਲ ਹੋਰ ਵੀ ਜ਼ਿਆਦਾ ਬੁਰਾ ਹੈ ਇੱਥੇ। ਤੇ ਪਰ ਪੰਜਾਬੀ ਤਾਂ ਉਹ ਵੀ ਹੈ ਇੱਥੇ ਜਿਹੜੇ ਕਿ ਲੰਗਰ ਲਾਉਂਦੇ ਆ, ਜਿਹੜੇ ਪੰਜਾਬੀ ਇਸ ਵੇਲੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ ਵੀ ਆ। ਮੈਂ ਬਹੁਤ ਸਾਰੇ ਇਸ ਵੇਲੇ ਬਿਜ਼ਨਸਮੈਨ ਵੀਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ, ਉਹਨਾਂ ਨੇ ਵੀ ਇੱਕ ਗੱਲ ਦੱਸੀ ਆ, ਮੈਂ ਉਹ ਪੱਖ ਵੀ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਕਹਿੰਦੇ ਵੀ ਜਦੋਂ ਅਸੀਂ ਮੁੰਡੇ ਕੁੜੀਆਂ ਨੂੰ ਰੱਖ ਲੈਨੇ ਆ ਤਾਂ ਇਹ ਕੰਮ ਵੀ ਨਹੀਂ ਕਰਦੇ, ਸਟਾਈਲ ਵੀ ਮਾਰਦੇ ਆ। ਅਸਲ 'ਚ ਹਰ ਸਿੱਕੇ ਦੇ ਦੋ ਮੋਬਾਈਲ ਦੇ ਉੱਤੇ ਵੀ ਰਹਿੰਦੇ ਆ। ਆਪਾਂ ਕੱਲਾ ਇੱਕ ਪਹਿਲੂ ਨਹੀਂ ਵੇਖ ਸਕਦੇ, ਹਰ ਇੱਕ ਨੂੰ ਮਾੜੇ ਤਜਰਬੇ ਵੀ ਹੁੰਦੇ ਨੇ, ਚੰਗੇ ਵੀ ਹੁੰਦੇ ਨੇ। ਕੁਝ ਕੁ ਵਿਦਿਆਰਥੀ ਵੀ ਗਲਤ ਹੋਣਗੇ, ਕੁਝ ਕੁ ਇੱਥੇ ਮਕਾਨ ਮਾਲਕ ਵੀ ਗਲਤ ਹੋਣਗੇ। ਜਦੋਂ ਮੈਂ ਕਹਿੰਦੀ ਹਾਂ ਜਦੋਂ ਆਪਾਂ ਸ਼ੁਰੂ 'ਚ ਇੱਥੇ ਆਉਨੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਸਾਹਮਣੇ ਵਾਲਾ ਬੰਦਾ ਕਿਹੋ ਜਿਹਾ ਹੈ। ਆਪਾਂ ਸਿਰਫ ਇਹ ਸੋਚ ਕੇ ਟਰਸਟ ਕਰਦੇ ਆ ਵੀ ਪੰਜਾਬੀ ਹੈ, ਆਪਾਂ ਵੀ ਪੰਜਾਬੀ ਹੈ, ਸਾਡੀ ਹੈਲਪ ਕਰਨਗੇ। ਦੂਜਾ ਜੋ ਤਜਰਬਾ ਮੇਰਾ ਰਿਹਾ ਉਹ ਇਹ ਰਿਹਾ ਵੀ ਮੈਂ ਜੌਬ ਸਰਚ ਕੀਤੀ। ਜਿਵੇਂ ਮੈਂ ਮੇਕਅਪ ਆਰਟਿਸਟ ਹਾਂ, ਮੈਂ ਇੱਕ ਸੈਲੂਨ ਤੇ ਜੌਬ ਸਟਾਰਟ ਕੀਤੀ। ਐਕਚੁਅਲੀ ਉਹ ਜੌਬ ਨਹੀਂ ਸੀ, ਉਹਨਾਂ ਨੇ ਪਹਿਲਾਂ 2 ਦਿਨ ਮੇਰਾ ਟਰਾਇਲ ਲਿਆ, ਉਹਨਾਂ ਨੂੰ ਮੇਰਾ ਕੰਮ ਬਹੁਤ ਪਸੰਦ ਆਇਆ। ਦੂਜੇ ਦਿਨ ਉਹ ਮੈਨੂੰ ਕਹਿੰਦੇ ਕਿ ਤੁਸੀਂ ਜੌਬ ਤੇ ਆ ਸਕਦੇ ਹੋ ਅੱਜ ਤੋਂ ਹੀ। ਮੈਂ ਕਿਹਾ ਹਾਂਜੀ ਬਿਲਕੁਲ ਆ ਸਕਦੀ ਹਾਂ। ਉਹਨਾਂ ਨੇ ਪੂਰਾ ਦਿਨ ਮੇਰੇ ਤੋਂ ਕੰਮ ਕਰਾਇਆ ਇਹ ਕਹਿ ਕੇ ਵੀ ਹਾਂ ਤੁਹਾਨੂੰ ਅਸੀਂ ਜੌਬ ਤੇ ਰੱਖ ਰਹੇ ਹਾਂਗੇ। ਪਰ ਸ਼ਾਮ ਨੂੰ ਜਦੋਂ ਮੈਂ ਵਾਪਸ ਆਉਣਾ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ, ਬਿਕੋਜ਼ ਇਹ ਤੁਹਾਡਾ ਟਰਾਇਲ ਸੀਗਾ। ਅੱਛਾ, ਇਹ ਵੀ ਤੁਹਾਡਾ ਟਰਾਇਲ ਸੀ। ਪਹਿਲਾਂ ਉਹਨਾਂ ਨੇ ਇਹ ਗੱਲ ਤੁਹਾਡੇ ਨਾਲ ਕਲੀਅਰ ਨਹੀਂ ਸੀ? ਉਹਨਾਂ ਨੇ ਕਲੀਅਰ ਕੀਤੀ ਸੀ ਮਾਰਨਿੰਗ 'ਚ ਜਦੋਂ ਉਹਨਾਂ ਦਾ ਫੋਨ ਆਇਆ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਠੀਕ ਹੈ, ਡੇਲੀ ਦੇ 60 ਪਾਉਂਡ ਦੇਵਾਂਗੇ ਅਸੀਂ ਤੁਹਾਨੂੰ। ਪਰ ਜਦੋਂ ਉਹਨਾਂ ਨੇ ਸ਼ਾਮ ਤੱਕ ਮੇਰੇ ਕੋਲੋਂ ਪੂਰਾ ਕੰਮ ਕਰਾਇਆ, ਸ਼ਾਮ ਨੂੰ ਉਹਨਾਂ ਨੇ ਮੈਨੂੰ ਕਿਹਾ ਅਸੀਂ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ, ਤੁਹਾਡਾ ਟਰਾਇਲ ਸੀਗਾ। ਮਤਲਬ ਇੱਥੇ ਜੋ ਹੈ ਐਕਸਪਲੋਇਟੇਸ਼ਨ ਬਹੁਤ ਹੈ। ਸ਼ੁਰੂਆਤ 'ਚ ਬੱਚਿਆਂ ਨੂੰ, ਇੱਥੇ ਸਟੂਡੈਂਟਸ ਨੂੰ ਬਹੁਤ ਐਕਸਪਲੋਇਟ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਜੌਬਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਉਹ ਇੱਕ ਵਿਸ਼ਵਾਸ ਨਾ ਕਰੀਏ ਤਾਂ ਵੀ ਸਾਡੀ ਜ਼ਿੰਦਗੀ 'ਚ ਕੁਝ ਨਹੀਂ ਚੱਲ ਸਕਦਾ। ਇੱਥੇ ਸਾਨੂੰ ਖਰਚਾ ਕੱਢਣ ਵਾਸਤੇ ਪੈਸਾ ਚਾਹੀਦਾ ਹੈ। ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ ਫਿਰ ਉਹਦਾ ਮਿਸਯੂਜ਼ ਕਰਦੇ ਆ। ਜੇ ਸਾਰੀਆਂ ਹਕੀਕਤਾਂ ਇੰਡੀਆ ਬੈਠਿਆਂ ਨੂੰ, ਆਪਣੇ ਜ਼ਿਲ੍ਹੇ ਦੇ ਵਿੱਚ ਬੈਠਿਆਂ ਨੂੰ ਪਤਾ ਹੁੰਦੀਆਂ ਤੇ ਕਦੇ ਇੰਗਲੈਂਡ ਆਉਂਦੇ? ਕਦੀ ਵੀ ਨਹੀਂ ਜੀ, ਮੈਂ ਨਹੀਂ ਮੰਨ ਸਕਦੀ। ਮੈਂ ਇੱਥੇ ਆ ਕੇ ਪਛਤਾਉਣੀ ਆ ਵੀ ਇਹੀ ਅਗਰ ਮੈਂ ਟੈਲੈਂਟ ਨੂੰ ਉੱਥੇ ਅੱਗੇ ਵਧਾਇਆ ਹੁੰਦਾ ਆਪਦਾ ਤਾਂ ਸ਼ਾਇਦ ਮੈਂ ਕੁਝ ਬਣ ਸਕਦੀ ਸੀ। ਪਰ ਮੇਰਾ ਸੁਪਨਾ ਇਹ ਸੀ ਮੈਂ ਬਾਹਰ ਜਾ ਕੇ ਆਪਦੇ ਟੈਲੈਂਟ ਨੂੰ ਹੋਰ ਵਾਈਡ ਕਰੂੰਗੀ, ਵਧਾਉਣਾ। ਪਰ ਇੱਥੇ ਆ ਕੇ ਪਤਾ ਲੱਗਦਾ, ਇੱਥੇ ਰਹਿ ਕੇ ਜੋ ਹਕੀਕਤਾਂ ਆਪਾਂ ਫੇਸ ਕਰਦੇ ਆ ਉੱਥੋਂ ਹੀ ਸਾਨੂੰ ਪਤਾ ਲੱਗ ਜੇ ਤਾਂ ਆਪਾਂ ਕਦੇ ਵੀ ਨਹੀਂ ਸੋਚਾਂਗੇ ਵੀ ਅਸੀਂ ਆਪਦਾ ਦੇਸ਼ ਛੱਡ ਕੇ ਤੇ ਬਿਲਕੁਲ ਸਹੀ ਬਗਾਨੇ ਮੁਲਕ ਚਾਹੀਏ। ਤੁਹਾਡਾ ਸ਼ੁਭ ਨਾਂ ਕੀ ਹੈ ਜੀ? ਮੇਰਾ ਨਾਮ ਰੁਪਿੰਦਰ ਹੈ ਜੀ। ਰੁਪਿੰਦਰ ਜੀ, ਤੇ ਤੁਹਾਡਾ ਇਲਾਕਾ ਕਿਹੜਾ ਉੱਥੇ? ਮੈਂ ਮੋਗੇ ਤੋਂ। ਮੋਗੇ ਤੋਂ ਪਿੰਡ ਕਿਹੜਾ? ਤਲਵੰਡੀ ਪੰਘੇਰੀਆਂ ਮੋਗੇ ਦਾ। ਤਲਵੰਡੀ ਪੰਘੇਰੀਆਂ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ? ਮੈਨੂੰ ਆਲਮੋਸਟ 6 ਮੰਥ ਹੋ ਗਏ ਇੱਥੇ। 6 ਮਹੀਨੇ ਹੋ ਗਏ। ਤੁਸੀਂ ਇੱਥੇ ਹੀ ਸ਼ੁਰੂਆਤ ਕੀਤੀ ਸੀ ਹੇਸ ਦੇ ਵਿੱਚ ਰਹਿਣ ਦੀ ਜਾਂ ਕਿਤੇ ਹੋਰ ਪਹਿਲਾਂ ਸੀ? ਨਹੀਂ, ਮੈਂ ਪਹਿਲਾਂ ਆਈ ਸੀ ਜਦੋਂ ਲੰਡਨ ਦੇ ਵਿੱਚ ਹੀ ਆਈ ਸੀ। ਉੱਥੇ ਮੇਰੇ ਫਰੈਂਡ ਹੀ ਰਹਿੰਦੇ ਹੋਏ ਸੀ, ਪਰ ਉਹਨਾਂ ਕੋਲ ਮੈਂ ਫਸਟ ਪਹਿਲਾਂ ਆਈ। ਫਿਰ ਉਸ ਤੋਂ ਬਾਅਦ ਇੱਥੇ ਮੇਰੇ ਭੂਆ ਜੀ ਨੇ, ਫਿਰ ਉਹ ਮੈਨੂੰ ਲੈ ਗਏ। ਉਸ ਤੋਂ ਬਾਅਦ ਮੇਰੇ ਹਸਬੈਂਡ ਆ ਗਏ ਤਾਂ ਫਿਰ ਅਸੀਂ ਇੱਥੇ ਹੇਸ ਦੇ ਵਿੱਚ ਰਹਿਣਾ ਸ਼ੁਰੂ ਕੀਤਾ। ਤੁਹਾਡੇ ਕੋਈ ਪਰਿਵਾਰ ਦੇ ਵਿੱਚੋਂ ਪਹਿਲਾਂ ਵੀ ਇੱਥੇ ਹੈ ਜਾਂ ਪਹਿਲਾ ਤਜਰਬਾ ਤੁਹਾਡਾ ਹੀ ਆ? ਨਹੀਂ ਹੈਗੇ ਨੇ ਮੇਰੇ ਭੂਆ ਜੀ ਹੋਣੀ ਨੇ। ਸਮੱਸਿਆਵਾਂ ਕਿਹੜੀਆਂ ਆਈਆਂ?
ਜਾਂ ਕੋਈ ਵੀ ਸਮੱਸਿਆ ਨਹੀਂ ਆਈ ਜਾਂ ਰਿਸ਼ਤੇਦਾਰਾਂ ਨੇ ਬਾਤ ਪੁੱਛੀ ਇੱਥੇ ਆਇਆਂ ਦੀ ਜਾਂ ਜਾਂ ਨਹੀਂ? ਬਿਲਕੁਲ ਨਹੀਂ ਪੁੱਛੀ? ਨਹੀਂ ਪੁੱਛੀ, ਜਿਵੇਂ ਜਿਹੜੇ ਕਲੋਜ਼ ਸੀਗੇ ਹਨਾ ਉਹਨਾਂ ਨੇ ਤਾਂ ਨਹੀਂ ਪੁੱਛੀ, ਪਰ ਜਿਹੜੇ ਹਨਾ ਦੂਰ ਸੀਗੇ ਉਹਨਾਂ ਨੇ ਜ਼ਰੂਰ ਪੁੱਛਿਆ। ਸਾਡੇ ਜਿਵੇਂ ਦੂਰ ਦੇ ਰਿਲੇਟਿਵ ਸੀਗੇ ਉਹਨਾਂ ਨੇ ਜ਼ਰੂਰ ਪੁੱਛਿਆ, ਪਰ ਨੇੜੇ ਵਾਲਿਆਂ ਨੇ ਨਹੀਂ ਪੁੱਛਿਆ। ਜਦੋਂ ਇੱਥੇ ਆਉਣਾ ਸੀ ਉਦੋਂ ਨੇੜਲੇ ਰਿਸ਼ਤੇਦਾਰਾਂ ਨੂੰ ਇਹ ਦੱਸਿਆ ਸੀ ਵੀ ਅਸੀਂ ਆਉਣਾ ਹੈ, ਸਾਡੇ ਲਈ ਕੋਈ ਪ੍ਰਬੰਧ ਕਰ ਦਿਓ, ਕੋਈ ਮਦਦ ਕਰ ਦਿਓ ਸਾਡੀ? ਹਾਂਜੀ ਦੱਸਿਆ ਸੀਗਾ ਉਹਨਾਂ ਨੂੰ, ਜਿੰਨੀ ਵੀ ਚਲੋ ਉਹਨਾਂ ਤੋਂ ਹੋਈ, ਸਾਰੇ ਬਿਜ਼ੀ ਹੁੰਦੇ ਇੱਥੇ, ਪਰ ਫਿਰ ਵੀ ਜਿੰਨਾ ਉਹਨਾਂ ਤੋਂ ਹੋਇਆ ਉਹਨਾਂ ਨੇ ਹੈਲਪ ਕੀਤੀ ਸਾਡੀ ਜੀ। ਹਾਂਜੀ। ਇੱਥੇ ਦਾ ਕੌੜਾ ਤਜਰਬਾ ਕੀ ਆ, ਕਿਉਂਕਿ ਸਾਡਾ ਨਾ ਇਹ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਇਹ ਆ ਵੀ ਇੱਥੋਂ ਦੀਆਂ ਅਸਲ ਚੁਣੌਤੀਆਂ, ਅਸਲ ਹਕੀਕਤਾਂ ਕੀ ਆ। ਬੇਸਿਕਲੀ ਇਦਾਂ ਆ, ਜਿਵੇਂ ਮੈਂ ਪ੍ਰੋਫੈਸ਼ਨਲੀ ਨਰਸ ਆ, ਮੈਂ ਇੰਡੀਆ ਤੋਂ ਨਰਸ ਬਣ ਕੇ ਆਈ ਆ, ਪਰ ਜਦੋਂ ਕੋਈ ਵੀ ਕੁੜੀ ਲਾਈਕ BSc ਨਰਸਿੰਗ ਕਰਕੇ ਆਈ ਆ ਮੈਂ ਇੰਡੀਆ ਤੋਂ, ਤੇ ਇੱਥੇ ਆ ਕੇ ਜਦੋਂ ਅਸੀਂ ਐਜ਼ ਅ ਨਰਸ ਜੌਬ ਲੱਭਦੇ ਆ ਤਾਂ ਸਾਨੂੰ ਉਹ ਜੌਬ ਨਹੀਂ ਮਿਲਦੀ। ਸਾਨੂੰ ਇੱਥੇ ਆ ਕੇ ਉਹ ਐਜ਼ ਅ ਕੇਅਰ ਰੱਖਦੇ ਆ, ਲਾਈਕ ਉਹ ਆਪਣੇ ਇੰਡੀਆ ਦੇ ਵਿੱਚ ਆਪਣੀਆਂ ਜਿਹੜੀਆਂ ਰਜਿਸਟਰਡ ਨਰਸ ਹੁੰਦੀਆਂ ਉਹ ਮੈਡੀਸਨ ਕਰਦੀਆਂ, ਸਾਰੇ ਪ੍ਰੈਕਟੀਕਲ ਵਰਕ ਕਰਦੀਆਂ, ਪਰ ਇੱਥੇ ਆ ਕੇ ਤੁਹਾਨੂੰ ਲਾਈਕ ਉਹੀ ਪਰਸਨਲ ਕੇਅਰ ਕਰਨੀ ਪੈਂਦੀ ਆ, ਪੈਡ ਵਗੈਰਾ ਚੇਂਜ ਕਰਨੇ ਪੈਂਦੇ, ਪਰ ਉਹ ਇਹਨਾਂ ਨੂੰ ਇੱਥੇ ਲਾਈਕ ਰਜਿਸਟਰਡ ਨਰਸ ਨਹੀਂ ਰੱਖਦੇ, ਉਹਨਾਂ ਨੂੰ ਐਜ਼ ਅ ਕੇਅਰ ਰੱਖਦੇ ਆ। ਤਾਂ ਉਦੋਂ ਮੈਨੂੰ ਬਹੁਤ ਫੀਲ ਹੋਇਆ ਸੀਗਾ, ਇਹ ਜਿਵੇਂ ਮੈਂ ਜੌਬ ਕੀਤੀ ਤਾਂ ਕਾਫੀ ਦਿਨ ਮੈਂ ਆ ਕੇ ਰੋਂਦੀ ਰਹੀ ਵੀ ਲਾਈਕ ਮੈਂ ਇਹ ਜੌਬ ਨਹੀਂ ਕਰ ਸਕਦੀ, ਵੀ ਮੈਂ ਰਜਿਸਟਰਡ ਨਰਸ ਆ। ਤਾਂ ਮੈਨੂੰ ਉਸ ਟਾਈਮ ਬਹੁਤ ਗਿਲਟੀ ਫੀਲ ਹੁੰਦੀ ਸੀ ਵੀ ਮੈਂ ਉੱਥੋਂ ਕਿਉਂ ਆਈ, ਵੀ ਮੈਂ ਉੱਥੇ ਵਧੀਆ ਸੀ ਜ਼ਿਆਦਾ ਮੇਰੀ ਜੌਬ। ਫਿਰ ਕਿਉਂ ਆਏ? ਬਸ ਮੇਰਾ ਬਚਪਨ ਤੋਂ ਹੀ ਸੁਪਨਾ ਸੀਗਾ, ਲਾਈਕ ਮੇਰੇ ਫੈਮਿਲੀ ਦੇ ਕਾਫੀ ਮੈਂਬਰਸ ਇੱਧਰ ਨੇ, ਸਾਰੀਆਂ ਕੰਟਰੀਜ਼ ਦੇ ਵਿੱਚ ਹੈ ਨਾ, ਕੋਈ ਕਿਤੇ ਮੇਰੇ ਭੂਆ ਜੀ ਨੇ, ਮੇਰੇ ਬ੍ਰਦਰ ਬਾਹਰ ਨੇ, ਤਾਂ ਮੇਰੇ ਵੀ ਦਿਮਾਗ 'ਚ ਉਹ ਗੱਲ ਸੀਗੀ ਵੀ ਹਾਂ ਉੱਧਰ ਇੰਡੀਆ 'ਚ ਇੰਨਾ ਗਰੋਥ ਨਹੀਂ ਹੈਗੀ ਹੈ ਨਾ। ਇਸ ਆਪਾਂ ਜੋ ਇਮੈਜਿਨ ਕਰਦੇ ਆ ਵੀ ਬਾਹਰ ਜਾ ਕੇ ਆਪਾਂ ਜੋ ਦੇਖਦੇ ਆ ਵੀ ਕੀ ਸਾਨੂੰ ਮਿਲੂਗਾ, ਵੀ ਇੱਦਾਂ ਫਰੈਸ਼ ਇਨਵਾਇਰਮੈਂਟ ਆ, ਸਾਰਾ ਕੁਝ ਵਧੀਆ, ਜੌਬ ਓਪਰਚੁਨਿਟੀਜ਼ ਜ਼ਿਆਦਾ ਨੇ, ਸਾਡੀ ਵੈਲਿਊ ਜ਼ਿਆਦਾ ਹੋ ਜਾਂਦੀ ਆ। ਪਰ ਜਦੋਂ ਲਾਈਕ ਇੱਧਰ ਪਹੁੰਚਦੇ ਆ ਤਾਂ ਉਦੋਂ ਪਤਾ ਲੱਗਦਾ ਵੀ ਐਕਚੁਅਲ 'ਚ ਕੀ ਸੱਚਾਈ ਹੈ। ਜਿਹੜਾ ਮੈਂ ਹੁਣ ਸਵਾਲ ਤੁਹਾਨੂੰ ਕਰਨ ਲੱਗਾ, ਨਿਸ਼ਾ ਜੀ ਵੀ ਆ, ਤੁਸੀਂ ਵੀ ਆ, ਤੁਸੀਂ ਦੋਨੋਂ ਕੁੜੀਆਂ ਦੀ ਪ੍ਰਤੀਨਿਧਤਾ ਕਰ ਰਹੀਆਂ। ਇਹ ਤੁਹਾਨੂੰ ਵੱਧ ਪਤਾ, ਸਾਨੂੰ ਤਾਂ ਜਾਣਕਾਰੀ ਹੈ ਨਹੀਂ, ਕਿਉਂਕਿ ਅਸੀਂ ਤਾਂ ਵੈਸੇ ਆਏ ਆ, ਅਸੀਂ ਹੋਰ 10 ਦਿਨਾਂ ਤੱਕ ਚਲੇ ਜਾਣਾ, ਸਾਨੂੰ ਕੋਈ ਜਾਣਕਾਰੀ ਨਹੀਂ ਵੀ ਅਸੀਂ ਕੋਈ ਕੌੜਾ ਮੰਦਾ ਕੁਝ ਦੇਖਿਆ ਹੋਵੇ। ਪਰ ਕਈ ਕੁੜੀਆਂ ਦੇ ਨਾਲ ਇੱਥੇ ਗਲਤ ਵੀ ਹੁੰਦਾ, ਕੁਝ ਕੁੜੀਆਂ ਦੀ ਮਜਬੂਰੀ ਦਾ ਮਤਲਬ ਫਾਇਦਾ ਵੀ ਚੁੱਕਿਆ ਜਾਂਦਾ, ਕੰਮ ਬਦਲੇ ਸਮਝੌਤਾ, ਜਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਸ਼ੋਸ਼ਣ ਵੀ ਹੁੰਦਾ। ਇਹ ਗੱਲਾਂ ਸੱਚੀਆਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ? ਹਾਂਜੀ ਹਾਂਜੀ ਬਿਲਕੁਲ, ਕੁਝ ਗੱਲਾਂ ਬਹੁਤ ਸੱਚੀਆਂ ਇੱਥੇ ਮੈਂ ਤੁਹਾਨੂੰ ਇੱਕ ਦੱਸਦੀ ਆ। ਮੇਰੀ ਇੱਥੇ ਆ ਕੇ ਹੀ ਇੱਕ ਫਰੈਂਡ ਬਣੀ ਆ, ਉਹਨੇ ਮੈਨੂੰ ਦੱਸਿਆ ਵੀ ਇੱਕ ਬਾਹਰ ਬੋਰਡ ਲੱਗਿਆ ਹੋਇਆ ਸੀਗਾ ਸ਼ਾਪ ਦੇ ਬਾਹਰ ਵੀ ਸਾਨੂੰ ਇੱਕ ਹੋਮ ਕੇਅਰ 'ਚ ਕੁੜੀ ਦੀ ਜ਼ਰੂਰਤ ਆ। ਉਹਨੇ ਉਸ ਨੰਬਰ ਤੇ ਕਾਲ ਕੀਤੀ, ਉੱਥੇ ਕਾਲ ਕਰਕੇ ਤੇ ਚਲੀ ਗਈ ਜੌਬ ਵਾਸਤੇ, ਬਟ ਉੱਥੇ ਜਾ ਕੇ ਉਹਨੂੰ ਪਤਾ ਲੱਗਿਆ ਕਿ ਉੱਥੇ ਉਹਦਾ ਸਰੀਰਕ ਸ਼ੋਸ਼ਣ ਹੋਣਾ ਸੀਗਾ, ਐਕਚੁਅਲ 'ਚ ਉਹਨੂੰ ਜੌਬ ਨਹੀਂ ਮਿਲਣੀ ਸੀ ਕੋਈ। ਉਸ ਤੋਂ ਬਾਅਦ ਉਹਨੇ ਇੱਕ YouTube ਤੇ ਜਾਂ ਉਸ ਤੇ ਵੀਡੀਓ ਪੋਸਟ ਕੀਤੀ, ਤਾਂ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਕੁੜੀਆਂ ਨੂੰ ਜੌਬ ਦੇ ਬਦਲੇ ਇਹ ਸਭ ਕੁਝ ਵੀ ਕਰਨਾ ਪੈ ਸਕਦਾ ਹੈ, ਕਿਉਂਕਿ ਉਹਨਾਂ ਨੂੰ ਇੱਥੇ ਸਟੂਡੈਂਟਸ ਨੂੰ ਕੰਮ ਨਹੀਂ ਮਿਲਦਾ, ਬਹੁਤ ਸਾਰੇ ਸਟਰਗਲ ਕਰਨੇ ਪੈਂਦੇ ਆ, ਬਹੁਤ ਸਾਰੇ ਕੰਪਰੋਮਾਈਜ਼ਸ ਕਰਨੇ ਪੈਂਦੇ ਆ, ਇਸ ਕਰਕੇ ਕੁੜੀਆਂ ਨੂੰ ਇੱਥੇ ਬਹੁਤ ਔਖਾ ਹੈ ਜੌਬ ਲੱਭਣਾ। ਨਹੀਂ, ਤੁਹਾਡੇ ਨਾਲ ਕਿਸੇ ਕੁੜੀ ਦੀ ਇਹੋ ਜਿਹੀ ਦੀ ਗੱਲ ਹੋਈ ਆ ਜਿਹਨੂੰ ਕਿ ਇਸ ਔਖੀ ਘੜੀ ਦੇ ਵਿੱਚੋਂ ਲੰਘਣਾ ਪਿਆ ਹੋਵੇ, ਤੁਹਾਨੂੰ ਕਦੇ ਕੋਈ ਮਿਲੀ ਹੋਵੇ ਜਿਹਨੇ ਆਪਣੇ ਦਿਲ ਦੀ ਗੱਲ ਦੱਸੀ ਹੋਵੇ ਵੀ ਭਾਈ ਮੇਰੇ ਨਾਲ ਤਾਂ ਆ ਕੁਝ ਹੋਇਆ, ਨਿਸ਼ਾ ਇਸ ਗੱਲੋਂ ਬਚੀ? ਇਹੋ ਜਿਹੇ ਬੰਦੇ ਇਦਾਂ ਮਿਲਣਗੇ ਕੁਝ ਕੁ, ਇਹਨਾਂ ਤੋਂ ਬਚੀ? ਹਾਂਜੀ ਐਕਚੁਅਲ 'ਚ ਜਿੰਦੇ ਨਾਲ ਕੁਝ ਹੋਇਆ ਉਹ ਤਾਂ ਕੋਈ ਨਹੀਂ, ਪਰ ਇੱਥੋਂ ਦੀ ਐਕਸਪੀਰੀਅੰਸ ਦੇ ਹਿਸਾਬ ਨਾਲ ਬਹੁਤ ਕੁੜੀਆਂ ਮਿਲੀਆਂ ਜਿਨ੍ਹਾਂ ਨੇ ਹਰ ਗੱਲ ਤੇ ਸਾਨੂੰ ਗਾਈਡ ਕੀਤਾ ਵੀ ਇੱਥੇ ਬਚ ਕੇ ਰਹੋ, ਕਿਸੇ ਤੇ ਵਿਸ਼ਵਾਸ ਨਹੀਂ ਕਰਨਾ, ਤੁਹਾਡਾ ਕੋਈ ਆਪਣਾ ਵੀ ਹੈਗਾ ਤੁਸੀਂ ਉਸ ਤੇ ਵੀ ਵਿਸ਼ਵਾਸ ਨਹੀਂ ਕਰਨਾ, ਵਿਸ਼ਵਾਸ ਕਰਕੇ ਤੁਸੀਂ ਜੌਬ ਵਾਸਤੇ ਹਾਂ ਨਹੀਂ ਕਰਨੀ, ਕਿਸੇ ਕੋਲੇ ਡਾਇਰੈਕਟ ਨਹੀਂ ਜਾਣਾ ਜੌਬ ਵਾਸਤੇ, ਕਿਸੇ ਨੂੰ ਬਹੁਤ ਜ਼ਿਆਦਾ ਤੁਸੀਂ ਨਜ਼ਦੀਕੀ ਜਾਣਦੇ ਹੋ, ਤੁਹਾਡੇ ਕੋਈ ਰਿਸ਼ਤੇਦਾਰ ਹੈ ਉਹਨਾਂ ਦੇ ਰੈਫਰੈਂਸ ਤੋਂ ਤੁਸੀਂ ਜੌਬ ਵਾਸਤੇ ਜਾਣਾ ਹੈ। ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਇੱਥੇ ਸਮਝਾਇਆ ਜਾਂਦਾ ਹੈ ਵੀ ਕਿਸੇ ਤੇ ਟਰਸਟ ਨਹੀਂ ਕਰਨਾ ਹੈ। ਪਰ ਹੁਣ ਤਾਂ ਪਤਾ ਲੱਗਾ ਜੀ ਕਿ ਕੈਨੇਡਾ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਨਾਲੋਂ ਇੱਕ ਵਾਰ ਫਿਰ UK ਵਾਲੇ ਪਾਸੇ ਦਾ ਵਿਦਿਆਰਥੀਆਂ ਨੇ ਮੋੜ ਘਟਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਫਿਰ ਆ ਰਹੇ ਆ। ਉਹਨਾਂ ਵਿਦਿਆਰਥੀਆਂ ਦੇ ਲਈ ਤੁਹਾਡਾ ਮਨ ਦੇ ਵਿੱਚੋਂ ਕੀ ਸੁਨੇਹਾ ਕੀ ਨਿਕਲਦਾ ਵੀ ਤੁਸੀਂ ਆਹ ਕਰਿਓ ਤੇ ਆਹ ਬਿਲਕੁਲ ਨਾ ਕਰਿਓ? ਸਰ ਪਹਿਲਾ ਜੋ ਸੁਨੇਹਾ ਮੇਰਾ ਇਹ ਹੈ ਕਿ ਉੱਥੋਂ ਕੁਝ ਵੀ ਐਜਾ ਸਿੱਖ ਕੇ ਨਾ ਆਓ ਜਿੰਦੇ ਬੇਸ ਤੇ ਤੁਸੀਂ ਸੋਚੋ ਵੀ ਸਾਨੂੰ ਉੱਥੇ ਜਾ ਕੇ ਜੌਬ ਮਿਲੂਗੀ, ਕਿਉਂਕਿ ਜੋ ਤੁਸੀਂ ਇੰਡੀਆ ਤੋਂ ਸਿੱਖ ਕੇ ਆਨੇ ਹੋ, ਜੋ ਤੁਸੀਂ ਸੋਚ ਕੇ ਆਨੇ ਹੋ, ਉਹ ਜੌਬ ਤੁਹਾਨੂੰ ਕਦੇ ਨਹੀਂ ਮਿਲ ਸਕਦੀ। ਇੱਥੇ ਤੁਹਾਨੂੰ ਭਾਂਡੇ ਵੀ ਚੱਕਣੇ ਪੈ ਸਕਦੇ ਆ, ਭਾਂਡੇ ਮਾਂਜਣੇ ਵੀ ਪੈ ਸਕਦੇ ਆ, ਲੋਕਾਂ ਦੇ ਘਰੇ ਕੰਮ ਵੀ ਕਰਨਾ ਪੈ ਸਕਦਾ ਜਦੋਂ ਤੱਕ ਤੁਹਾਡੇ ਕੋਲ ਕੋਈ ਜੌਬ ਨਹੀਂ ਹੈਗੀ, ਜਾਂ ਜਿਸ ਫੀਲਡ 'ਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹ ਤੋਂ ਤੁਸੀਂ ਭੁੱਲ ਜਾਓ ਕਿ ਤੁਹਾਨੂੰ ਸ਼ੁਰੂਆਤ 'ਚ ਇੱਥੇ ਜੌਬ ਮਿਲ ਜੂਗੀ, ਉਸ ਵਾਸਤੇ ਤੁਹਾਨੂੰ ਬਹੁਤ ਸਟਰਗਲ ਕਰਨਾ ਪਊਗਾ। ਦੂਜਾ ਸੁਨੇਹਾ ਇਹ ਹੈ ਕਿ ਅਗਰ ਤੁਸੀਂ ਸੋਚੋ ਵੀ ਇੱਥੇ ਆ ਕੇ ਸਾਲ 'ਚ ਤੁਸੀਂ ਕਰਜ਼ੇ ਲਾ ਦੋਗੇ ਜਾਂ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋਊਗੀ, ਇੱਥੇ ਆ ਕੇ ਰਹਿਣ 'ਚ ਵੀ ਦਿੱਕਤਾਂ, ਖਾਣ ਪੀਣ 'ਚ ਵੀ ਦਿੱਕਤਾਂ, ਹੋ ਸਕਦਾ ਤੁਹਾਨੂੰ ਇੱਕ ਟਾਈਮ ਦੀ ਰੋਟੀ ਮਿਲੇ, ਹੋ ਸਕਦਾ ਇੱਕ ਟਾਈਮ ਦੀ ਵੀ ਨਾ ਮਿਲੇ ਤੇ ਤੁਹਾਨੂੰ ਬ੍ਰੈਡਾਂ ਤੇ ਹੀ ਗੁਜ਼ਾਰਾ ਕਰਨਾ ਪਵੇ। ਇਸ ਕਰਕੇ ਪਹਿਲਾਂ ਆਪਦਾ ਮਾਈਂਡ ਬਿਲਕੁਲ ਸੈੱਟ ਕਰਕੇ ਆਇਓ ਵੀ ਇੱਥੇ ਜ਼ਿੰਦਗੀ ਬਹੁਤ ਔਖੀ ਹੈ, ਇੱਥੇ ਆ ਕੇ ਤੁਹਾਨੂੰ ਬਹੁਤ ਸਟਰਗਲ ਕਰਨਾ ਪਊਗਾ। ਘੱਟੋ ਘੱਟ 1 ਸਾਲ ਤੱਕ ਤੁਸੀਂ ਕੋਈ ਪੈਸਾ ਨਹੀਂ ਕਮਾ ਸਕਦੇ, ਜਲਦੀ ਕੋਈ ਕਰਜ਼ੇ ਨਹੀਂ ਲਾ ਸਕਦੇ। ਸੋ ਮੇਰਾ ਇਹੀ ਸੁਨੇਹਾ ਹੈ
ਵੀ ਆਪਦਾ ਮਾਈਂਡ ਸੈੱਟ ਕਰਕੇ ਆਇਓ, ਇੱਥੇ ਲਾਈਫ ਬਹੁਤ ਔਖੀ ਹੈ। ਜੀ ਤੁਹਾਡਾ ਮਨ ਕੀ ਕਹਿੰਦਾ? ਮੇਰਾ ਵੀ ਸੇਮ ਜੋ ਇਹਨਾਂ ਨੇ ਕਿਹਾ ਆ, ਲਾਈਕ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਆਓ ਵੀ ਸਾਨੂੰ ਸਾਰੀਆਂ ਜੋ ਵੀ ਡਿਫਿਕਲਟੀਜ਼ ਆਉਣੀਆਂ ਆ ਸਾਨੂੰ ਉਹ ਫੇਸ ਕਰਨੀਆਂ ਪੈਣੀਆਂ ਆ। ਸਾਨੂੰ ਸਾਰਾ ਖਾਣਾ ਵੀ ਆਪ ਬਣਾਉਣਾ ਪੈਂਦਾ ਆ, ਸਾਨੂੰ ਜੌਬ ਤੇ ਵੀ ਜਾਣਾ, ਅਸੀਂ ਸਾਰਾ ਕੁਝ ਆਪ ਹੀ, ਸਾਰੀ ਸਿਚੁਏਸ਼ਨ ਨੂੰ ਆਪ ਹੀ ਹੈਂਡਲ ਕਰਨਾ ਆਉਣਾ ਪੈਣਾ ਆ। ਜਾਣਾ ਵੀ ਇੰਨੀ ਦੂਰ ਦੂਰ ਟਰੈਵਲ ਕਰਕੇ ਜਾਣਾ, ਜੌਬ ਤੇ ਜਾਣਾ, ਰਾਤਾਂ ਨੂੰ ਆਉਣਾ, ਆ ਕੇ ਕੁਕਿੰਗ ਕਰਨੀ, ਮਤਲਬ ਸਾਰਾ ਕੁਝ ਹਾਰਡ ਹੁੰਦਾ ਆ। ਤੇ ਗੁਰਦੁਆਰਾ ਸਾਹਿਬਾਨ ਜਾਂਦੇ ਹੋ? ਜੀ ਬਿਲਕੁਲ। ਤੇ ਗੁਰਦੁਆਰਿਆਂ ਦੇ ਵਿੱਚੋਂ ਵੀ ਮਦਦ ਦੇ ਲਈ ਹੱਥ ਵਧਾਇਆ ਜਾਂਦਾ? ਕਿਉਂਕਿ ਅਸੀਂ ਤਾਂ ਵੀਡੀਓ ਦੇਖੀਆਂ ਵੀ ਜਿੱਥੇ ਪਤਾ ਲੱਗਦਾ ਜੀ ਕਿ ਫਲਾਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਜਿਹੜੇ ਉਹ ਵਿਦਿਆਰਥੀਆਂ ਦੀ ਮਦਦ ਕਰਦੇ ਆ, ਕਿਤੇ ਘੱਟ ਵੀ ਹੁੰਦੀ ਹੋਣੀ, ਕਿਤੇ ਵੱਧ ਵੀ ਹੁੰਦੀ ਹੋਣੀ ਆ। ਕੀ ਜਜ਼ਬਾਤ ਕੀ ਆ? ਸਰ ਮੇਰਾ ਜੋ ਇੱਥੇ ਇਸ ਵਾਸਤੇ ਐਕਸਪੀਰੀਅੰਸ ਰਿਹਾ ਉਹ ਹੈ ਕਿ ਪਰਸਨਲੀ ਮੈਂ ਗੁਰਦੁਆਰੇ ਜਾ ਕੇ ਕਿਸੇ ਨੂੰ ਹੈਲਪ ਵਾਸਤੇ ਗੱਲ ਨਹੀਂ ਕੀਤੀ, ਨਾ ਮੈਂ ਕਿਸੇ ਨੂੰ ਕਿਹਾ। ਪਰ ਹਾਂ ਟਿਕਟੌਕ ਤੇ ਮੈਂ ਇੱਕ ਵੀਡੀਓ ਦੇਖੀ ਸੀਗੀ, ਉਹਨਾਂ ਨੇ ਕਿਹਾ ਸੀ ਵੀ ਹਾਂ ਅਸੀਂ ਇੱਥੇ ਜੋ ਵਿਦਿਆਰਥੀ ਸਟਰਗਲ ਕਰ ਰਹੇ ਨੇ ਜੌਬ ਨੂੰ ਲੈ ਕੇ ਜਾਂ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਔਖੀ ਆ, ਸਾਨੂੰ ਕੰਟੈਕਟ ਕਰੋ, ਸਾਨੂੰ ਮੈਸੇਜ ਕਰੋ। ਮੈਂ ਇਹਨਾਂ ਨੇ ਟਿਕਟੌਕ ਤੇ ਮੈਸੇਜ ਛੱਡਾ ਸੀ ਵੀ ਵੀਰ ਜੀ ਮੇਰੇ ਕੋਲ ਜੌਬ ਨਹੀਂ ਹੈਗੀ ਜਾਂ ਮੇਰੇ ਕੋਲ ਰੂਮ ਨਹੀਂ ਹੈਗਾ, ਮੈਨੂੰ ਪਲੀਜ਼ ਹੈਲਪ ਕਰੋ। ਤਾਂ ਮੇਰੇ ਕੋਲ ਕੋਈ ਉਹਦਾ ਰਿਪਲਾਈ ਨਹੀਂ ਆਇਆ, ਇਸ ਕਰਕੇ ਮੈਂ ਇਸ ਵਾਸਤੇ ਨਹੀਂ ਸ਼ੋਰ ਹੈਗੀ ਵੀ ਉਹ ਹੈਲਪ ਕਰਦੇ ਆ ਜਾਂ ਨਹੀਂ ਕਰਦੇ। ਬਾਈ ਜੀ ਤੁਹਾਡਾ ਕੀ ਸ਼ੁਭਨਾ? ਹਾਂਜੀ, ਮੇਰਾ ਨਾਮ ਸੁਭਾਸ਼। ਸੁਭਾਸ਼, ਹਾਂਜੀ ਤੁਸੀਂ ਵੀ ਹਰਿਆਣੇ ਤੋਂ? ਹਾਂਜੀ, ਹਰਿਆਣੇ ਦਾ ਕਿਹੜਾ ਖੇਤਰ ਆ? ਸਿਰਸਾ ਜ਼ਿਲ੍ਹਾ ਜੀ, ਤਹਿਸੀਲ ਰਾਣੀਆਂ ਹੈ ਜੀ, ਰਾਣੀਆਂ ਜੀ। ਕਿਹੜਾ? ਗਿੰਦੜਾ। ਗਿੰਦੜਾ। ਹਾਂਜੀ ਕਿੰਨਾ ਸਮਾਂ ਹੋ ਗਿਆ ਬਾਈ ਆਇਆ ਨੂੰ? ਜੀ ਮੈਨੂੰ ਆਏ ਨੂੰ ਲਗਭਗ 10-11 ਮਹੀਨੇ ਹੋ ਗਏ ਜੀ। ਅੱਛਾ, ਹਾਂਜੀ 11 ਮਹੀਨੇ ਪਹਿਲਾਂ ਜਦੋਂ ਤੁਰੇ ਸੀ ਤੇ ਜਦੋਂ ਹੁਣ 11 ਮਹੀਨੇ ਪੂਰੇ ਹੋ ਗਏ ਹਾਂਜੀ ਤਾਂ ਕੀ ਤੁਹਾਡੇ ਜਜ਼ਬਾਤ ਕੀ ਆ? 365 ਦਿਨ ਤੁਹਾਨੂੰ ਹੋ ਜਾਣੇ ਆ ਹੋਰ 30 ਦਿਨਾਂ ਬਾਅਦ, ਹਾਂਜੀ। ਤੇ ਕੀ ਕੁਝ ਸਿੱਖਿਆ ਤੇ ਕੀ ਕੁਝ ਸਮਝਿਆ? ਕਿੰਨਾ ਕੁ ਸੰਘਰਸ਼ ਆ? ਨਵੇਂ ਬੰਦੇ ਦੇ ਲਈ ਪੈਰ ਲਾਉਣੇ ਇੰਗਲੈਂਡ ਦੇ ਵਿੱਚ ਕਿੰਨੇ ਕੁ ਔਖੇ ਆ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਜੀ, ਇੱਥੇ ਮੈਂ ਆਪਣੀ ਵਾਈਫ ਤੇ ਇਹ ਮੇਰਾ ਇੱਕ 2-2.5 ਸਾਲ ਦਾ ਬੇਟਾ ਹੈ, ਉਹਦੇ ਨਾਲ ਮੈਂ ਰਹਿ ਰਿਹਾ। ਤੇ ਇੱਥੇ ਆ ਕੇ ਮੈਂ ਬਹੁਤ ਸੰਘਰਸ਼ ਕੀਤਾ। ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਜਿੱਥੇ ਆਪਾਂ ਇੱਥੇ ਆਉਂਦੇ ਸਾਰੀ ਦੇਖਦੇ ਹਾਂ ਵੀ ਸਾਨੂੰ ਰਹਿਣ ਲਈ ਥਾਂ ਮਿਲ ਜੇ। ਪਹਿਲਾਂ ਮੈਂ ਇਕੱਲਾ ਆਇਆ, ਇਕੱਲੇ ਨੂੰ ਮੈਨੂੰ ਰੂਮ ਮਿਲ ਗਿਆ, ਠੀਕ ਹੈ। ਬਾਅਦ 'ਚ ਮੇਰੀ ਵਾਈਫ ਤੇ ਮੇਰਾ ਬੇਟਾ ਮੇਰੇ ਤੋਂ 1 ਮਹੀਨੇ ਬਾਅਦ ਆਈ। ਤੇ ਇੱਥੇ ਸਭ ਤੋਂ ਔਖੀ ਚੀਜ਼ ਕੀ ਹੈ, ਬੱਚੇ ਨੂੰ ਦੇਖ ਕੇ ਕੋਈ ਵੀ ਮਤਲਬ ਘਰ ਦੇਣ ਲਈ ਹਾਂ ਨਹੀਂ ਕਰਦਾ। ਕਾਰਨ ਪਤਾ ਨਹੀਂ, ਇਹਨਾਂ ਦੀ ਮੈਂਟੈਲਿਟੀ ਇਸ ਤਰ੍ਹਾਂ ਬਣੀ ਹੋਈ ਹੈ ਵੀ ਬੱਚਾ ਆਊਗਾ ਡਿਸਟਰਬੈਂਸ ਹੋਊਗੀ। ਤੇ ਇਹ ਵੀ ਤਾਂ ਹੋ ਸਕਦਾ ਵੀ ਉਹ ਸੋਚਦੇ ਹੋਣ, ਮੈਨੂੰ ਨਹੀਂ ਪਤਾ, ਮੈਂ ਤਾਂ ਵੈਸੇ ਜ਼ਾਹਰ ਕਰਦਾ ਆਪਦੇ ਜਿਹੜੇ ਵਿਚਾਰ ਆ ਵੀ ਹੋ ਸਕਦਾ ਉਹ ਕਹਿੰਦੇ ਹੋਣ ਕਿ ਯਾਰ ਇਹਨਾਂ ਦੇ ਵੱਲੋਂ ਉਨੀ ਸੰਭਾਲ ਨਹੀਂ ਕੀਤੀ ਜਾਣੀ, ਇਹ ਹਾਲੇ ਅਣਸਿੱਖੇ ਆ, ਇਹ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਕੰਮ ਦੇ ਵਿੱਚ ਖਲਲ ਨਾ ਪੈਦਾ ਕਰਨ। ਕੋਈ ਹੋ ਸਕਦਾ ਮਨ ਦੇ ਵਿੱਚ ਤੌਖਲੇ ਹੋਣ ਉਹਨਾਂ ਦੇ। ਹਾਂਜੀ, ਇਹ ਮੋਸਟਲੀ ਤਾਂ ਇਹ ਹੁੰਦਾ ਹੈ ਉਹਨਾਂ ਦੇ ਵਿਚਾਰ 'ਚ ਵੀ ਬੱਚਾ ਹੈ, ਬੱਚੇ ਨੇ ਤਾਂ ਰੋਣਾ ਵੀ ਹੁੰਦਾ ਹੈ, ਖੇਡਣਾ ਵੀ ਹੁੰਦਾ ਹੈ, ਤੇ ਉਹ ਇਹ ਸੋਚਦੇ ਆ ਵੀ ਸਾਡੀ ਲਾਈਫ 'ਚ ਡਿਸਟਰਬੈਂਸ ਪੈਦਾ ਹੋ ਜੂਗੀ। ਤਾਂ ਕਰਕੇ ਜਿੱਥੇ ਵੀ ਜਾਂਦੇ ਆ ਰੂਮ ਲਈ ਪੁੱਛਦੇ ਆ, ਘਰ ਲਈ ਪੁੱਛਦੇ ਆ, ਸਭ ਤੋਂ ਪਹਿਲਾਂ ਉਹ ਕੀ ਪੁੱਛਦੇ ਆ ਵੀ ਕਪਲ ਲਈ ਅਵੇਲੇਬਲ ਹੈ, ਬੱਚੇ ਲਈ ਨਹੀਂ। ਤਾਂ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਹਨਾਂ ਦੇ ਵੀ ਜਵਾਕ ਹੋਵੇ ਹੋਣੇ ਕਿਤੇ ਨਾ ਕਿਤੇ, ਤੇ ਬੱਚਾ ਹੈ ਤਾਂ ਬੱਚੇ ਨੂੰ ਕਿੱਥੇ ਛੱਡ ਕੇ ਆਈਏ। ਸਭ ਤੋਂ ਮੇਨ ਪ੍ਰੋਬਲਮ ਅਸੀਂ ਫੇਸ ਕੀਤੀ ਹੈ, ਬੱਚੇ ਨਾਲ ਕਰ ਲੈਣਾ ਬਹੁਤ ਔਖਾ ਹੈ ਜੀ। ਹਾਂਜੀ। ਹੋਰ ਇੱਥੇ ਕੰਮ ਦੀ ਕੀ ਸੰਭਾਵਨਾ? ਕੰਮ ਛੇਤੀ ਮਿਲ ਜਾਂਦਾ, ਕੰਮ ਨਹੀਂ ਮਿਲਦਾ? ਕੰਮ ਦੇ ਡਿਪੈਂਡ ਹੈ ਜੀ, 70 ਤੇ 30%। 70% ਮਿਲ ਜਾਂਦਾ ਹੈ, 30% ਨਹੀਂ ਮਿਲਣਾ। ਇਸ 'ਚ 2 ਗੱਲਾਂ ਹੈ ਜੀ। ਇੱਕ ਤਾਂ ਜਿਵੇਂ ਆਪਾਂ ਆ ਗਏ ਤੇ ਰੂਮ ਤੇ ਬਹਿ ਗਏ ਤੇ ਉੱਥੇ ਬੈਠੇ ਆਪਾਂ ਕਹੀ ਜਾਈਏ ਵੀ ਕੰਮ ਨਹੀਂ ਮਿਲਦਾ, ਹੋਰ ਇੱਥੇ ਆ ਕੇ ਬਾਹਰ ਘੁੰਮਣਾ ਪਊਗਾ, ਜਾਣਾ ਪਊਗਾ, ਲੱਭਣਾ ਪਊਗਾ, ਸਰਚ ਕਰਨੀ ਪਊਗੀ, ਤੇ ਆਪਣੇ ਨੂੰ ਥੋੜਾ ਜਿਹਾ ਪ੍ਰੈਕਟੀਕਲ ਹੋਣਾ ਪਊਗਾ, ਤਾਂ ਜਾ ਕੇ ਕੰਮ ਮਿਲਦਾ। ਕੰਮ ਮਿਲ ਵੀ ਜਾਂਦਾ, ਇਹ ਗੱਲ ਨਹੀਂ ਹੈ ਵੀ ਇੱਥੇ ਬਹੁਤ ਸਾਰੇ ਹੈ ਕਹਿੰਦੇ ਵੀ ਕੰਮ ਨਹੀਂ ਹੈ, ਕੰਮ ਦੀ ਘਾਟ ਨਹੀਂ ਹੈ, ਬਟ ਉਹੀ ਹੈ ਵੀ ਬੰਦੇ ਨੂੰ ਖੁਦ ਤੁਰ ਕੇ ਜਾਣਾ ਪੈਂਦਾ ਹੈ। ਥੋੜਾ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖਣਾ ਪੈਂਦਾ ਹੈ ਵੀ ਹਾਂ। ਬਿਲਕੁਲ ਠੀਕ ਆ। ਸਾਨੂੰ ਨਾ ਇੱਕ ਕੱਲ ਸੱਜਣ ਮਿਲੇ, ਉਹ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਸੁਪਨੇ ਸਾਰੇ ਪੂਰੇ ਹੁੰਦੇ ਆ, ਪਰ 8 ਘੰਟੇ ਦੇ ਵਿੱਚ ਕੰਮ ਨਹੀਂ। ਜਿਹੜਾ ਬੰਦਾ 16 ਘੰਟੇ ਤੋਂ ਵੱਧ ਕੰਮ ਕਰਦਾ, ਸੁਪਨੇ ਉਹਦੇ ਪੂਰੇ ਹੁੰਦੇ ਆ। ਜੇ ਤੁਸੀਂ 8 ਘੰਟੇ ਬਾਅਦ ਥੱਕ ਜਾਂਦੇ ਹੋ, ਤੁਸੀਂ 8 ਘੰਟੇ ਬਾਅਦ ਤੁਸੀਂ ਕਹਿੰਦੇ ਜੀ ਕਿ ਹੁਣ ਮੈਂ ਮੋਬਾਈਲ ਤੇ ਵੀ ਲਾਉਣਾ ਘੰਟਾ, ਫਿਰ ਤੁਸੀਂ ਆਪਦੇ ਪਿੰਡ ਵੀ ਗੱਲਾਂ ਕਰਨੀਆਂ, ਜਾਂ ਤੁਸੀਂ ਫਿਰ ਉਹ ਕਹਿੰਦੇ ਵੀ ਇਹ ਆਪਣਾ ਸਮਾਂ ਵੰਡਿਆ ਜਾਂਦਾ 24 ਘੰਟਿਆਂ ਦੇ ਵਿੱਚੋਂ 18-19 ਘੰਟੇ ਉਹਨਾਂ ਦੇ ਕਹਿਣ ਮੁਤਾਬਕ। ਮੈਨੂੰ ਨਹੀਂ ਗਿਆਨ ਵੀ ਇੱਥੋਂ ਦੀ ਕੀ ਸਥਿਤੀ ਕੀ ਆ, ਪਰ ਉਹ ਕਹਿੰਦੇ ਜੇਕਰ 18-19 ਘੰਟੇ ਕੰਮ ਕਰੋਗੇ ਤਾਂ ਗੱਲ ਬਣਦੀ। ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ? ਜੀ ਮੇਰਾ ਸ਼ਹਿਰ ਹੈ ਜੀ ਬਟਾਲਾ ਮਾਝੇ ਤੋਂ ਬਿਲੋਂਗ। ਤੇ ਕਿਹੜਾ ਪਿੰਡ? ਕਿਹੜਾ ਮੇਰਾ ਪਿੰਡ ਹੈਗਾ ਜੀ ਖੋਜੇਵਾਲ। ਤੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਆ ਅਚਲ ਸਾਹਿਬ, ਉਹਦੇ ਬਿਲਕੁਲ ਕੋਲ ਹੈ। ਠੀਕ। ਕਿੰਨਾ ਸਮਾਂ ਹੋ ਗਿਆ ਆਇਆ ਨੂੰ? ਜੀ ਮੈਨੂੰ ਹੋ ਗਏ ਨੇ ਇੱਥੇ ਆਇਆ ਨੂੰ 2.5 ਸਾਲ ਹੋ ਚੱਲੇ ਨੇ। ਹਾਂ। ਐਂਡ ਫਿਲਹਾਲ ਮੈਂ ਆਪਣੀ ਸਟੱਡੀ ਕੰਪਲੀਟ ਕਰ ਚੁੱਕਿਆ, ਮੈਂ ਵਰਕ ਪਰਮਿਟ ਤੇ। ਠੀਕ ਹੈ ਜੀ, ਚਲੋ ਬਹੁਤ ਵਧੀਆ ਬਾਈ ਜੀ, ਤੁਹਾਡੇ ਜ਼ਿੰਦਗੀ ਦੇ ਵਿੱਚ ਦਿਨ ਹੋਰ ਬੜੇ ਸੁਲੱਖਣੇ ਆਉਣ। ਬਾਈ ਜੀ 2.5 ਸਾਲ ਪਹਿਲਾਂ ਜਦੋਂ ਤੁਸੀਂ ਆਏ ਜੀ,
ਉਦੋਂ ਕੀ ਖਿਆਲ ਸੀ, ਕੀ ਵਿਚਾਰ ਸੀ ਮਨ ਦੇ, ਤੇ ਕੀ ਕੁਝ ਹੰਡਾਇਆ ਇੱਥੇ? ਟੂ ਬੀ ਵੈਰੀ ਓਨੈਸਟ ਮੈਂ ਤੁਹਾਨੂੰ ਜਵਾਬ ਦਵਾਂਗਾ ਕਿ ਜਦੋਂ ਮੈਂ ਆਇਆ ਸੀ ਪਹਿਲਾ ਵੀਕ ਮੇਰਾ ਬਹੁਤ ਮੁਸ਼ਕਿਲ ਲੰਘਿਆ ਸੀ, ਐਂਡ ਬਿਕਾਜ਼ ਉਹ ਵੀ ਤਾਂ ਕਰਕੇ ਕਿਉਂਕਿ ਮੈਂ ਇਨ ਡਿਊਰਿੰਗ ਆਇਆ ਸੀ ਕਰੋਨਾ ਟਾਈਮ। ਹਾਂ, ਕਰੋਨਾ ਟਾਈਮ ਦੇ ਵਿੱਚ ਆ ਕੇ ਸਾਨੂੰ ਕੋਈ ਜੌਬ ਨਹੀਂ ਸੀ, ਅਸੀਂ ਲੱਭਣੀ ਵੀ ਚਾਹੀਏ ਤੁਹਾਨੂੰ ਤਾਂ ਵੀ ਨਹੀਂ ਸੀ ਮਿਲਣੀ, ਬਿਕਾਜ਼ ਉਦੋਂ ਕੋਈ ਵੀ ਇਸ ਤਰ੍ਹਾਂ ਦਾ ਹੈਗਾ ਨਹੀਂ ਸੀ ਸਟਰਕਚਰ ਉਹਨਾਂ ਦਾ ਵੀ ਕਰੋਨਾ ਤੋਂ ਤੁਹਾਨੂੰ ਕੰਮ ਕਰਨ ਦੇਣ। ਬਟ ਫਿਰ ਸਿਰਫ ਤੇ ਸਿਰਫ ਬਿਲਡਿੰਗ ਲਾਈਨ ਦਾ ਕੰਮ ਸੀ, ਜੋ ਕਿ ਅਸੀਂ ਸਾਰੇ ਜਣੇ ਜਾਣਦੇ ਹਾਂ। ਮੋਸਟ ਆਫ ਦੇ ਮੁੰਡੇ ਜਿਹੜੇ ਨੇ ਅਸੀਂ ਖੇਤੀਬਾੜੀ ਤੋਂ ਬਿਲੋਂਗ ਕਰਦੇ ਹਾਂ, ਸੋ ਸਾਨੂੰ ਆ ਕੇ ਥੋੜਾ ਜਿਹਾ ਦਿੱਕਤ ਨਹੀਂ ਹੋਈ ਹੈਗੀ ਕੰਮ ਕਰਨ 'ਚ। ਬਟ ਫਿਰ ਵੀ ਇੱਕ ਜਿੱਦਾਂ ਸਟਾਰਟਿੰਗ 'ਚ ਆ ਕੇ ਅਸੀਂ ਆਪ ਦਾ ਡ੍ਰੀਮ ਰੱਖਦੇ ਹਾਂ ਵੀ ਅਸੀਂ ਕੰਮ ਕਰਾਂਗੇ, ਸਾਨੂੰ ਪੈਸੇ ਮਿਲਣਗੇ, ਅਸੀਂ ਆਪਦੀਆਂ ਫਰਦਰ ਫੀਸਾਂ ਭਰ ਸਕਦੇ ਹਾਂ। ਉਹ ਚੀਜ਼ਾਂ ਤੇ ਅਸੀਂ ਬਹੁਤ ਡਿਫਿਕਲਟੀ ਫੇਸ ਕੀਤੀ, ਬਿਕਾਜ਼ ਸਮ ਟਾਈਮਸ ਜਿਹੜੇ ਲੋਕਲ ਬਿਲਡਰਸ ਨੇ, ਜਿਹੜੇ ਆਪਣੇ ਪੰਜਾਬੀ ਜਿਹਨਾਂ ਨਾਲ ਸਾਡਾ ਸਹਾਰਾ ਬਣਨਾ ਹੁੰਦਾ, ਮੋਸਟ ਆਫ ਦਾ ਟਾਈਮ ਸਾਡੇ ਪੈਸੇ ਮਾਰ ਜਾਂਦੇ ਨੇ, ਜੋ ਕਿ ਇੱਥੇ ਦੀ ਟਿਊ ਰਿਐਲਿਟੀ ਹੈ ਜਿਹੜੀ ਇੱਥੇ ਦੀ ਸੱਚਾਈ। ਐਂਡ ਦੂਜੀ ਗੱਲ, ਜਿਹੜੇ ਤੁਸੀਂ ਇੱਥੇ ਵਾਲੇ ਨਾਲ ਗੱਲ ਕਰੋਗੇ ਜਿਹੜੇ ਵਰਕ ਪਰਮਿਟ ਤੇ ਨੇ ਜਾਂ ਜਿਹੜੇ ਇੱਥੇ ਰਹਿ ਰਹੇ ਨੇ, ਉਹਨਾਂ ਦੇ ਤੇ ਤੁਹਾਡੇ ਪੇ ਰੇਟ 'ਚ ਜ਼ਮੀਨ ਅਸਮਾਨ ਦਾ ਫਰਕ ਹੋਊਗਾ। ਜਿੱਥੇ ਉਹ ਮੋਰ ਦੈਨ 100 ਪਾਉਂਡ ਲੈ ਰਹੇ ਨੇ, ਉੱਥੇ ਤੁਹਾਨੂੰ ਬਿਲੋ 50 ਪਾਉਂਡ ਦੇ ਰਹੇ ਹੁੰਦੇ ਨੇ। ਉਹ ਕਿਉਂ? ਬਿਕਾਜ਼ ਕਿ ਸਮ ਟਾਈਮਸ ਅਸੀਂ ਕੰਮ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਪਰਮਿਸ਼ਨ ਨਹੀਂ ਹੁੰਦੀ ਹੈ ਕਿ ਫੁੱਲ ਟਾਈਮ ਦੀ। ਅੱਛਾ, ਦੋਨੋਂ ਧਿਰਾਂ ਇੱਕ ਦੂਜੇ ਦਾ ਫਾਇਦਾ ਚੁੱਕਦੀਆਂ ਫਿਰ ਤਾਂ ਨਾ। ਮੇਰੇ ਕੋਲੇ ਕੰਮ ਦੀ ਇਜਾਜ਼ਤ ਹੈ ਨਹੀਂ, ਬਿਲਕੁਲ, ਤੇ ਮੈਨੂੰ ਉਹ ਕੰਮ ਜੇਕਰ ਦੇਊ ਸੰਬੰਧਿਤ ਬੰਦਾ, ਤੇ ਫਿਰ ਉਹ ਵੀ ਗਿਲਟੀ, ਉਹ ਵੀ ਗਲਤ ਆ। ਉਹਨੇ ਵੀ ਫਾਇਦਾ ਸੋਚਣਾ, ਤੁਸੀਂ ਵੀ ਫਾਇਦਾ ਸੋਚਣਾ, ਕਰਨਾ ਤੁਸੀਂ ਕੈਸ਼ ਤੇ ਕੰਮ ਜੀ। ਇਸੇ ਕਰਕੇ ਅਸੀਂ ਉਹਨਾਂ ਨੂੰ ਵੀ ਗਲਤ ਨਹੀਂ ਕਹਿ ਸਕਦੇ, ਉਹਨਾਂ ਨੇ ਵੀ ਆਪ ਦਾ ਫਾਇਦਾ ਸੋਚਣਾ, ਕਿਉਂਕਿ ਉਹ ਸਾਨੂੰ ਇੱਕ ਤਰ੍ਹਾਂ ਦਾ ਰਿਸਕ ਤੇ ਕੰਮ ਦੇ ਰਹੇ ਨੇ। ਜੇ ਬਾਈ ਚਾਂਸ ਕਿਸੇ ਨੇ ਕੰਪਲੇਨ ਕਰਤੀ, ਜਦੋਂ ਤੁਸੀਂ ਅੰਡਰ ਏਜ ਹੋ, ਉਹਨਾਂ ਤੇ ਇਸ਼ੂ ਆਉਂਦਾ ਹੈ। ਹਾਂ, ਉਹਨਾਂ ਨੇ ਵੀ ਫਰਦਰ ਚੀਜ਼ਾਂ ਸੋਚਣੀਆਂ ਹੁੰਦੀਆਂ। ਬਟ ਐਂਡ ਆਫ ਦੀ ਡੇ ਸਾਨੂੰ, ਅਸੀਂ ਦੋਨਾਂ ਨੇ ਇੱਕ ਜਗ੍ਹਾ ਤੇ ਕੰਮ ਕੀਤਾ ਹੋਇਆ ਆ। ਐਕਚੁਅਲੀ ਸਾਨੂੰ ਇੱਕ ਲੋਕਲ ਬਿਲਡਰ ਦੀ ਗੱਲ ਦੱਸਦੇ ਆ। ਅਸੀਂ ਕੰਮ ਕੀਤਾ 1 ਮਹੀਨਾ, ਸਾਨੂੰ ਕਹਿੰਦਾ ਰਿਹਾ 1 ਵੀਕ ਬਾਅਦ 1 ਮੰਥ ਦੀ ਪੇ ਸਾਡੀ ਨਹੀਂ ਮਿਲੀ ਹੈਗੀ। ਅੱਛਾ, ਤਕਰੀਬਨ ਉਹ ਬਣਦਾ ਹੈ ਕੋਈ ਇੰਡੀਆ ਦਾ 2 ਲੱਖ ਰੁਪਇਆ ਬਣਦਾ ਹੈ ਇੱਕ ਜਣੇ ਦਾ, 2 ਮੇਰਾ ਤੇ 2 ਦਾ, ਮਤਲਬ ਕਿ 4 ਲੱਖ ਰੁਪਇਆ ਸਾਡਾ ਗਿਆ, ਖਤਮ ਹੋ ਗਿਆ। ਹਾਂਜੀ, ਤੇ ਉਹ ਸਾਨੂੰ ਪਤਾ ਹੈ ਕਿਉਂਕਿ ਅਸੀਂ ਇੰਡੀਆ ਤੋਂ ਆਲਰੇਡੀ 1 ਸਾਲ ਦੀ ਫੀਸ ਪੇ ਕਰਕੇ ਆਏ ਸੀ। ਸਾਡੇ ਤਕਰੀਬਨ 19 ਤੋਂ 20 ਲੱਖ ਸਾਡਾ ਪਹਿਲਾਂ ਹੀ ਲੱਗ ਚੁੱਕਿਆ ਸੀ। ਸੋ ਇਸ ਤਰ੍ਹਾਂ ਦੀਆਂ ਡਿਫਿਕਲਟੀਜ਼ ਅਸੀਂ ਆ ਕੇ ਫੇਸ ਕੀਤੀਆਂ, ਬਟ ਹੌਲੀ ਹੌਲੀ ਆਪਦੇ ਆਪ ਨੂੰ ਕੀਤਾ ਆ ਤੇ ਇਸ ਮੁਕਾਮ ਤੇ ਲੈ ਕੇ ਆਏ ਆ। ਫਿਲਹਾਲ ਹੁਣ ਇਸ ਟਾਈਮ ਤੇ ਤੁਸੀਂ ਸ਼ਾਇਦ ਮੇਬੀ ਤੁਸੀਂ ਜਾਣਦੇ ਹੋ ਗਿੰਦਾ ਖਲੀਫੇ ਹਾਲ ਹੈ, ਉਹ ਐਕਚੁਅਲੀ ਸਾਨੂੰ ਪਿਆਰ ਨਾਲ ਚਾਚਾ ਕਹਿੰਦੇ ਆ। ਸੋ ਉਹਨਾਂ ਨੇ ਸਾਨੂੰ ਹੁਣ ਇਸ ਰਸਤੇ ਤੇ ਪਾਇਆ ਹੋਇਆ ਹੈ ਕਿ ਅਸੀਂ ਹੁਣ ਦੂਜਿਆਂ ਦੀ ਹੈਲਪ ਵੀ ਕਰ ਸਕਦੇ ਹਾਂ। ਅਸੀਂ ਇੰਨੇ ਕਾਬਲ ਹੋ ਚੁੱਕੇ ਹਾਂ, ਸਟੂਡੈਂਟਸ ਨੂੰ ਜਿਹਨਾਂ ਨੂੰ ਕੰਮ ਨਹੀਂ ਮਿਲਦਾ, ਜਿਹਨਾਂ ਨੂੰ ਰੂਮਸ ਨਹੀਂ ਮਿਲਦੇ ਹੈਗੇ, ਜਾਂ ਫਰਦਰ ਕਿਸੇ ਵੀ ਚੀਜ਼ ਪ੍ਰੋਬਲਮ ਆਉਂਦੀ ਹੈ, ਅਸੀਂ ਹਰ ਇੱਕ ਚੀਜ਼ ਉਹਨਾਂ ਦੀ ਹੈਲਪ ਕਰਦੇ ਹਾਂ ਹੁਣ ਫਿਲਹਾਲ। ਬਾਈ ਜੀ, ਹੁਣ ਕਿਹੜਾ ਕੰਮ ਕਰਦੇ ਹੋ ਤੇ ਹੁਣ ਤੱਕ ਕਿਹੜੇ ਕੰਮ ਕੀਤੇ ਇੱਥੇ ਆ ਕੇ? ਜੀ, ਫਿਲਹਾਲ ਮੈਂ ਤੁਹਾਨੂੰ ਦੱਸਾਂ ਵੀ ਮੈਂ ਆ ਕੇ ਸਿਰਫ ਕੰਸਟਰਕਸ਼ਨ ਦਾ ਕੰਮ ਕੀਤਾ ਹੈ, ਇੱਕ AC ਇੰਜੀਨੀਅਰਿੰਗ ਦਾ ਮੈਂ ਕੰਮ ਕੀਤਾ ਹੋਇਆ ਹੈ, ਉਹ ਵੀ ਸਿੱਖਿਆ ਹੋਇਆ ਆ। ਬਟ ਜਿਹੜਾ ਮੈਂ ਫਿਲਹਾਲ ਕੰਮ ਕਰਦਾ ਉਹ ਮੈਂ ਇੱਕ ਕੰਸਟਰਕਸ਼ਨ ਕੰਪਨੀ 'ਚ ਕੰਮ ਕਰਦਾ ਐਜ਼ ਅ ਸੁਪਰਵਾਈਜ਼ਰ। ਸੋ ਉਹਦਾ ਸਫ਼ਰ ਇੱਦਾਂ ਸ਼ੁਰੂ ਹੋਇਆ ਵੀ ਉੱਦਾਂ ਵੀ ਕਿਸੇ ਫਰੈਂਡ ਦੇ ਥਰੂ ਲੱਗਾ ਸੀ, ਉਦੋਂ ਮੇਰੇ ਕੋਲ ਪਰਮਿਸ਼ਨ ਆ ਚੁੱਕੀ ਸੀ ਫੁੱਲ ਟਾਈਮ ਦੀ। ਫਿਰ ਮੈਂ ਆਪਦੇ ਡਾਕੂਮੈਂਟਸ ਬਣਾਏ। ਇੱਥੇ ਮੇਨਲੀ ਤੁਹਾਨੂੰ ਕੰਮ ਜਿਹੜਾ ਮਿਲਣਾ ਆ, ਤੁਹਾਡੇ ਪਰਮਿਸ਼ਨ ਤੇ ਨਹੀਂ ਮਿਲਣਾ, ਵਰਕ ਪਰਮਿਟ ਦੀ ਤੁਹਾਡੇ ਕਿਸੇ ਤੇ ਨਹੀਂ ਮਿਲਣਾ। ਇੱਥੇ ਕੋਈ ਵੀ ਸਕਿੱਲ ਆ ਨਾ ਤੁਹਾਡਾ, ਉਹਦਾ ਹਮੇਸ਼ਾ ਭਾਜੀ ਕਾਰਡ ਬਣਦਾ ਆ, ਜਿਹੜੀ ਕਿ ਸਾਡੇ ਲੋਕਾਂ ਨੂੰ ਨੌਲੇਜ ਨਹੀਂ ਹੈਗੀ। ਖਾਸ ਕਰਕੇ ਕੰਸਟਰਕਸ਼ਨ ਸਾਈਡਾਂ ਤੇ ਉਹਨਾਂ ਦਾ ਬਣਦਾ ਹੈ CSC ਕਾਰਡ ਹੋ ਗਿਆ ਜਾਂ ਅਦਰ ਕਾਰਡਸ ਹੋ ਗਏ, ਉਹ ਹੋਣਗੇ ਤੁਹਾਨੂੰ ਕੰਮ ਮਿਲਣਾ। ਉਹਨਾਂ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਕੰਮ ਨਹੀਂ ਦੇਣਾ। ਫਿਰ ਤੁਸੀਂ ਜਾਓਗੇ ਲੋਕਲ ਬਿਲਡਰਸ ਕੋ, ਫਿਰ ਤੁਹਾਡੀਆਂ ਉਹੀ ਕਹਾਣੀਆਂ ਸ਼ੁਰੂ ਹੋ ਜਾਣੀਆਂ, ਤੁਹਾਡੇ ਪੈਸੇ ਨਹੀਂ ਦਿੱਤੇ ਉਹਨੇ, ਜਾਂ ਤੁਹਾਨੂੰ ਡਿਲੇ ਕਰ ਰਿਹਾ, ਜਾਂ ਇੱਦਾਂ ਦੀ ਚੀਜ਼ਾਂ। ਉਹ ਮੋਸਟ ਆਫ ਦਾ ਬਿਲਡਰਸ ਦੇ ਨਾਲ ਟਰੂ ਰਿਐਲਿਟੀ ਤੁਹਾਨੂੰ ਮੈਂ ਦੱਸਦਾ, ਉਹ ਤੁਹਾਡੀ ਮੇਨਲੀ ਸਟੱਡੀ ਛਡਵਾ ਦਿੰਦੇ। ਬਾਈ ਜੀ, ਤੁਹਾਡਾ ਕੀ ਨਾਮ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਸ਼ਨਦੀਪ ਹੈ ਤੇ ਮੈਂ ਮਾਨਸਾ ਤੋਂ ਬਿਲੋਂਗ, ਪਿੰਡ ਕਿਹੜਾ? ਲੋਕਲ ਮਾਨਸਾ ਜੀ। ਲੋਕਲ ਮਾਨਸੇ ਤੋਂ ਹੀ ਆ? ਹਾਂਜੀ। ਕਿੰਨਾ ਸਮਾਂ ਹੋ ਗਿਆ ਬਾਈ ਜੀ ਆਇਆ ਨੂੰ? ਮੈਨੂੰ ਆਏ ਨੂੰ ਇੱਥੇ 2.5 ਸਾਲ ਹੋ ਗਏ ਜੀ। ਅੱਛਾ, ਹਾਂਜੀ। ਵਰਕ ਪਰਮਿਟ ਤੇ ਹੋ ਹੁਣ? ਹਾਂਜੀ, ਹੁਣ ਮੈਂ ਵਰਕ ਪਰਮਿਟ ਤੇ। ਤੁਹਾਡੇ ਕੋਈ ਪਰਿਵਾਰਕ ਮੈਂਬਰ, ਕੋਈ ਦੂਰਲਾ ਨੇੜਲਾ ਪਹਿਲਾਂ ਵੀ ਇੱਥੇ ਸੀ ਕਿ ਨਹੀਂ? ਨਹੀਂ ਜੀ, ਇੱਥੇ ਕੋਈ ਨਹੀਂ। ਮਾਪੇ ਜਿਹੜੇ, ਦੇਖੋ ਅਸੀਂ ਮਾਪਿਆਂ ਦਾ ਸਤਿਕਾਰ ਕਰਦੇ, ਸਾਡੇ ਮਨ ਦੇ ਵਿੱਚ ਅਸੀਂ ਸਾਰੇ ਮਾਪਿਆਂ ਲਈ ਕਰਦੇ ਹਾਂ, ਮਾਪਿਆਂ ਨੇ ਸਾਡੇ ਲਈ ਹਮੇਸ਼ਾ ਕੀਤਾ ਸਭ ਕੁਝ। ਮਾਪੇ ਜਿਹੜੇ ਉਹ ਭੇਜਦੇ ਧੀ ਪੁੱਤ ਨੂੰ ਕਿ ਇਹ ਬਾਹਰ ਜਾਵੇ, ਇਹ ਉੱਥੋਂ ਡਾਲਰ ਪਾਉਂਡ ਭੇਜੂ, ਇਹ ਪੱਕਾ ਹੋ ਜੂ, ਜਾਣ ਸਾਰੀ ਨਜ਼ਾਰੇ। ਤੇ ਮੇਰੇ ਵਰਗੇ ਉੱਥੇ ਉਡੀਕੀ ਜਾਂਦੇ ਰਹਿੰਦੇ ਕਿ ਐਪਲ ਦਾ ਫੋਨ ਕਦੋਂ ਭੇਜੂ। ਜਾਂ ਕਿਉਂਕਿ ਜਦੋਂ ਵੀ ਬੰਦਾ ਕੋਈ ਬਾਹਰੋਂ ਫੋਨ ਕਰਦਾ, ਫਿਰ ਭੇਜਦੀ ਕੁਛ ਇੱਥੋਂ, ਫਿਰ ਐਂ ਕਰੀ ਫਲਾਣੀ ਕੰਪਨੀ ਦੇ ਬੂਟ ਭੇਜਦੀ, ਫਲਾਣੀ ਵਾਲੀ ਐਨਕ ਭੇਜਦੀ। ਬਾਈ ਜੀ, ਕਿੰਨੇ ਕੁ ਔਖੇ ਸੀ ਇੱਥੇ ਪੈਰ ਲਾਉਣੇ, ਜਾਂ ਇੱਥੋਂ ਦੇ ਮਾਹੌਲ ਨੂੰ ਸਮਝ ਸਕਣਾ, ਉਸ ਦੇਸ਼ ਨੂੰ ਜਿੱਥੇ ਰਹਿੰਦਾ ਕੋਈ ਨਹੀਂ ਤੁਹਾਡਾ? ਹਾਂਜੀ ਭਾਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਦੋਂ ਮੈਂ ਇੱਥੇ ਆਇਆ ਸੀ ਉਸ ਟਾਈਮ ਕਾਫੀ ਕਰੋਨਾ ਸੀ, ਸਟਾਰਟਿੰਗ ਕਰੋਨਾ ਸੀ, ਨਾ ਕੋਈ ਜੌਬ ਮਿਲਦੀ ਸੀ, ਨਾ ਹੀ ਕੋਈ ਕੰਮ ਤੇ ਰੱਖਦਾ ਸੀ। ਮੋਸਟਲੀ ਜੇ ਕਿਤੇ ਵੇਅਰ ਹਾਊਸ 'ਚ ਟਰਾਈ ਕਰਦੇ, ਵੇਅਰ ਹਾਊਸ ਵਾਲੇ ਕੋਲ ਸਾਨੂੰ ਪਰਮਿਸ਼ਨ ਨਹੀਂ ਹੁੰਦੀ ਸੀ ਕੰਮ ਦੀ ਜੀ। ਉਸ ਨੂੰ ਅਸੀਂ ਪੁੱਛਦੇ
ਉਹ ਪੁੱਛਦੇ ਤੁਹਾਡੇ ਕੋਲੇ ਪੇਪਰ ਕਿਹੜੇ ਨੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਅਸੀਂ ਸਟੂਡੈਂਟ ਹੈ, ਤੇ ਉਹ ਕਹਿੰਦੇ ਤੁਹਾਨੂੰ ਅਸੀਂ ਕੈਸ਼ ਤੇ ਕੰਮ ਦੇਵਾਂਗੇ। ਮੋਸਟਲੀ ਜਦ ਮੈਂ ਆਇਆ ਉਦੋਂ 850 ਰੇਟ ਚੱਲ ਰਿਹਾ ਸੀ 1 ਆਵਰ ਦਾ, ਤੇ ਸਾਨੂੰ ਉਹ ਕਹਿੰਦੇ ਤੁਹਾਨੂੰ 6 ਪਾਉਂਡ ਘੰਟਾ ਦੇਵਾਂਗੇ ਅਸੀਂ। ਤੇ ਸਟਾਰਟਿੰਗ ਟਾਈਮ ਮੈਂ 6 ਪਾਉਂਡ ਘੰਟੇ ਤੇ ਵੀ ਕੰਮ ਕੀਤਾ, ਕਿਉਂਕਿ ਕਰੋਨਾ ਟਾਈਮ ਕੰਮ ਕੋਈ ਮਿਲਦਾ ਨਹੀਂ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਵਾਰ ਸਾਨੂੰ ਕੰਮ ਦੇਣਾ, ਕਈ ਵਾਰੀ ਨਹੀਂ ਦੇਣਾ, ਜਾਂ ਕੰਮ ਤੇ ਬੁਲਾ ਕੇ ਸਵੇਰ ਮੈਂ ਸਟਾਰਟਿੰਗ ਟਾਈਮ 4 ਵਜੇ ਉੱਠਣਾ, 4 ਵਜੇ ਜਾਣਾ ਕੰਮ ਤੇ, ਉੱਥੇ ਲਿਸਟ 'ਚ ਮੇਰਾ ਨਾਮ ਨਹੀਂ ਹੋਣਾ, ਤੇ ਉਹਨਾਂ ਨੇ ਮੈਨੂੰ ਕੰਮ ਤੋਂ ਵਾਪਸ ਭੇਜ ਦੇਣਾ। ਅੱਛਾ। ਹਾਂਜੀ। ਪਰ ਬਾਈ ਜੀ ਆਪਾਂ ਜਿੱਥੇ ਖੜੇ ਆ ਨਾ, ਉਹ ਪਰਲੇ ਪਾਰ ਉਹ ਜਿਹੜੇ ਸਾਡੇ ਜਾਣਕਾਰ ਨੇ, ਉਹ ਕੰਸਟਰਕਸ਼ਨ ਦੇ ਕੰਮ ਦੇ ਨਾਲ ਵੀ ਜੁੜੇ ਹੋਏ ਆ, ਉਹਨਾਂ ਦੀਆਂ ਆਪਣੀਆਂ ਕੰਪਨੀਆਂ। ਪਰ ਉਹਨਾਂ ਦਾ ਇਹ ਵੀ ਕਹਿਣਾ ਯਾਰ ਕਿ ਸਾਡੇ ਵਿੱਚ ਨਾ ਕੋਈ ਇਦਾਂ ਦੀ ਭਾਵਨਾ ਨਹੀਂ ਹੈਗੀ, ਪਰ ਜਿਨ੍ਹਾਂ ਨੂੰ ਅਸੀਂ ਮੁੰਡੇ ਕੁੜੀਆਂ ਨੂੰ ਨਾਲ ਜੋੜਦੇ ਹਾਂ ਜਾਂ ਬਹੁਤੇ ਮੁੰਡਿਆਂ ਨੂੰ ਜੋੜਦੇ ਹਾਂ, ਉਹਨਾਂ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਡੈਡੀਕੇਸ਼ਨ ਦੇ ਨਾਲ ਕੰਮ ਵੀ ਘੱਟ ਕੀਤਾ ਜਾਂਦਾ। ਉਹ ਕਹਿੰਦੇ ਸਾਡੇ ਵੀ ਕੌੜੇ ਤਜਰਬੇ, ਇਹ ਸਾਡਾ ਪੱਖ ਵੀ ਆ। ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਕਿਹਾ ਵਿਦਿਆਰਥੀਆਂ ਦੇ ਬਾਰੇ ਐਦਾਂ ਦੀਆਂ ਖਬਰਾਂ ਸੁਣਦੇ ਆ ਵੀ ਐਦਾਂ ਘੱਟ ਹੁੰਦਾ ਕੰਮ, ਤੁਸੀਂ ਕੰਮ ਘੱਟ ਦਿੰਦੇ ਹੋ ਜਾਂ ਪੈਸੇ ਘੱਟ ਦਿੰਦੇ ਆ ਜਾਂ ਐਦਾਂ। ਉਹ ਕਹਿੰਦੇ ਬਾਈ ਜੀ ਅਸੀਂ ਤਾਂ ਜੇ ਮੰਨ ਲਓ 2 ਬੰਦੇ ਚਾਹੀਦੇ ਆ, ਹੁਣ ਅਸੀਂ 4 ਵੀ ਲੈ ਜਾਂਦੇ ਆ। ਕਿਸੇ ਨੂੰ ਕਹਿ ਦਿੰਦੇ ਕਿ ਯਾਰ ਹੁਣ 2 ਦਿਨ ਤੂੰ ਨਹੀਂ ਜਾਣਾ, 2 ਦਿਨ ਭਰਾਵਾ ਤੈਨੂੰ ਲੈ ਜਾਣਾ। ਪਰ ਉਹ ਕਹਿੰਦਾ ਵੀ ਇਸੇ ਧਿਆਨ ਉਹਨਾਂ ਦਾ ਕਿਸੇ ਹੋਰ ਪਾਸੇ ਹੁੰਦਾ। ਜੇਕਰ ਉਹ 16 17 18 ਘੰਟੇ ਕੰਮ ਕਰਨ ਦੇ ਵੱਲ ਖਿੱਚੀ ਨਾ ਹੋਊਗੀ ਤਾਂ ਫਿਰ ਉਹ ਕਿਵੇਂ ਜੰਮਣਗੇ ਪੈਰਾਂ। ਭਾਜੀ ਇੱਥੇ ਮੈਂ ਤੁਹਾਨੂੰ ਇਸ ਚੀਜ਼ ਵੱਲੋਂ ਮੈਂ ਤੁਹਾਨੂੰ ਸਹੀ ਕਰਨਾ ਚਾਹੁੰਦਾ, ਹਰ ਇੱਕ ਦਾ ਆਪਣਾ ਆਪਣਾ ਪੱਖ। ਉਹਨੇ ਕਹਿਣਾ ਕਿ ਮੈਂ ਸਹੀ ਹਾਂ, ਦੂਸਰੇ ਨੇ ਕਹਿਣਾ ਕਿ ਮੈਂ ਸਹੀ ਹਾਂ। ਬਟ ਇੱਥੇ ਇੱਕ ਚੀਜ਼ ਹੈ, ਜੇ ਤੁਸੀਂ ਕਿਸੇ ਨੂੰ ਉਹਦੀ ਵੇਜਿਸ ਦੇ ਅਕੋਰਡਿੰਗ ਉਹਨੂੰ ਤੁਸੀਂ ਪੇ ਕਰੋਗੇ, ਕੋਈ ਕੰਮ ਕਰਕੇ ਹਰ ਕੋਈ ਰਾਜੀ ਹੈ ਭਾਜੀ। ਹਰ ਇੱਕ ਨੂੰ ਇੱਥੇ ਕੰਮ ਕਰਦਾ ਪੈਸੇ ਕਮਾਉਣ ਦੇ ਲਈ। ਜੇ ਤੁਸੀਂ 16 17 ਘੰਟੇ ਕਿਸੇ ਕੋਲ ਕੰਮ ਲੈਣਾ ਹੈ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮੈਂ ਖੁਦ ਐਜ਼ ਅ ਸੁਪਰਵਾਈਜ਼ਰ ਹੋ ਕੇ ਮੈਂ ਬਜਾਏ ਦੂਜਿਆਂ ਕੋਲ ਕੰਮ ਕਰਾਉਂਦਾ, ਮੈਂ ਨਾਲ ਕੰਮ ਕਰਦਾ ਹੈ। ਤੇ ਮੈਂ ਖੁਦ 14 ਘੰਟੇ ਦੀ ਸ਼ਿਫਟ ਲਾਉਣਾ ਹੈ ਇੱਕ, ਉਹਦੇ ਚ ਸਿਰਫ ਇੱਕ ਬ੍ਰੇਕ ਲਈਦਾ ਹੈ ਤੇ 15 ਮਿੰਟ ਦੇ ਛੋਟੇ ਬ੍ਰੇਕ ਲੈ ਲਈਦੇ ਜੀ। ਐਂਡ ਉਹਦੇ ਚ ਕੀ ਆ ਵੀ ਸਾਨੂੰ ਸਾਡੀ ਕੰਪਨੀ ਪ੍ਰੋਪਰ ਪੇ ਕਰਦੀ ਹੈ। ਹੁਣ ਇੱਕ ਚੀਜ਼ ਹੁਣ ਤੁਹਾਨੂੰ ਮੈਂ ਦੱਸਦਾ, ਇੱਥੇ ਜਿਨ੍ਹਾਂ ਦੀ ਕੰਪਨੀਆਂ ਰਜਿਸਟਰਡ ਨੇ ਆਪਣੇ ਪੰਜਾਬੀਆਂ ਦੀਆਂ, ਉਹਨਾਂ ਨਾਲ ਸਾਡੇ ਆਪਣੇ ਪੰਜਾਬੀ ਕੰਮ ਖੁਸ਼ ਹੋ ਕੇ ਦਿਲੋਂ ਨਹੀਂ ਕਰਦੇ ਹੈਗੇ, ਕਿਉਂਕਿ ਉਹਨਾਂ ਨੂੰ ਉਸ ਅਕੋਰਡਿੰਗ ਵੇਜਿਸ ਨਹੀਂ ਮਿਲਦੀਆਂ। ਉਹ ਕੰਮ ਕਰਦੇ ਨੇ ਜਾ ਕੇ ਇੰਗਲਿਸ਼ ਕੰਪਨੀਆਂ ਦੇ ਨਾਲ। ਉਹ ਕਿਉਂ ਕਰਦੇ ਨੇ? ਕਿਉਂਕਿ ਉਹਨਾਂ ਨੂੰ ਉੱਥੇ ਉਹਨਾਂ ਦੀ ਵੇਜਿਸ ਪ੍ਰੋਪਰ ਮਿਲਦੀਆਂ ਨੇ, ਔਨ ਟਾਈਮ ਮਿਲਦੀਆਂ ਨੇ। ਸਾਡੇ ਵਾਲੇ ਔਨ ਟਾਈਮ ਕੁਝ ਦਿੰਦੇ ਹੀ ਨਹੀਂ ਹੈ। ਜੇ ਤੁਹਾਨੂੰ ਉਹਨਾਂ ਨੂੰ ਕਹਿਤਾ ਵੀ ਸਾਡੀ ਅੱਜ ਸਾਨੂੰ ਵੀ 1 ਵੀਕ ਬਾਅਦ ਇੱਥੇ ਲੋ ਹੈ, 1 ਵੀਕ ਬਾਅਦ ਜਾਂ ਤੁਹਾਨੂੰ 2 ਵੀਕ ਬਾਅਦ ਜਾਂ 1 ਮਹੀਨੇ ਬਾਅਦ, ਇਹ 3 ਚੀਜ਼ਾਂ ਨੇ, ਤੁਸੀਂ ਸਿਲੈਕਟ ਕਰ ਲਓ ਕਦੋਂ ਤੁਹਾਨੂੰ ਤੁਹਾਡੀ ਵੇਜਿਸ ਚਾਹੀਦੀ। ਸਾਡੀ ਜਿੱਦਾਂ ਵੀਕਲੀ ਆਉਂਦੀ ਹੈ, ਸਾਨੂੰ ਮਤਲਬ ਕਿ ਫਰਾਈਡੇ ਐਂਡ ਆਫ ਦੀ ਸ਼ਾਮ ਤੱਕ ਸਾਡੇ ਅਕਾਊਂਟ 'ਚ ਪੈ ਜਾਣੀਆਂ ਵੇਜਿਸ। ਜੇ ਤੁਸੀਂ ਉਧਰ ਕਰ ਲਓ ਆਪਣੇ ਲੋਕਲਸ ਦੀ ਗੱਲ, ਅੱਜ ਦਿਨਾਂ ਕੱਲ ਦਿਨਾਂ ਕਰਦੇ ਮਹੀਨਾ ਟੱਪ ਜਾਂਦਾ, ਪਰ ਉਹਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਮਿਲਦੇ। ਸੋ ਇਸ ਕਰਕੇ ਵੀ ਬਹੁਤੇ ਜ਼ਿਆਦਾ ਸਟੂਡੈਂਟਸ ਕੰਪਲੇਨ ਕਰਦੇ ਨੇ ਇਸ ਚੀਜ਼ ਦੀ ਜੀ। ਐਂਡ ਜੇ ਅਸੀਂ ਗੱਲ ਕਰ ਦਈਏ ਵੀ ਹੁਣ ਨਵੇਂ ਸਟੂਡੈਂਟਸ ਦੀ, ਜਦੋਂ ਅਸੀਂ ਆਏ ਸੀ ਅਸੀਂ ਟਫ ਟਾਈਮ ਦੇਖਿਆ। ਸਾਨੂੰ ਪਤਾ ਵੀ ਅਸੀਂ ਕੰਮ ਕਰਾਂਗੇ ਸਾਨੂੰ ਪੈਸੇ ਮਿਲਣੇ ਨੇ, ਬਟ ਹੁਣ ਵਾਲੇ ਜਿਹੜੇ ਆਏ ਨੇ ਨਾ ਸਟੂਡੈਂਟਸ, ਉਹਨਾਂ ਦੀ ਤੁਹਾਨੂੰ ਮੈਂ ਰਿਐਲਿਟੀ ਦੱਸਦਾ, ਉਹਨਾਂ ਦੇ ਅਕੋਰਡਿੰਗ ਸਾਨੂੰ ਪੁਰਾਣੇ ਜਿੰਨੇ ਪੈਸੇ ਮਿਲ ਜਾਣ, ਅਸੀਂ ਕੰਮ ਕੁਛ ਨਾ ਕਰੀਏ। ਚੱਕਰ ਇਹ ਹੈ, ਅਸੀਂ ਹੁਣ 40 ਪਾਉਂਡ ਦੇ ਕੰਮ ਕੀਤਾ ਪੂਰਾ ਦਿਨ, 8 ਘੰਟੇ ਲਾ ਕੇ 10 ਘੰਟੇ ਕੰਮ ਕੀਤਾ, ਸਾਨੂੰ 40 ਪਾਉਂਡ ਦੇ ਉੱਤੇ। ਤੁਸੀਂ ਮੰਨ ਲਓ ਕਰੋਨਾ ਟਾਈਮ ਦੇ ਉੱਤੇ, ਜਿੱਦਾਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਅਸੀਂ ਆਏ ਸੀ, ਸਾਨੂੰ ਮਿਲਦਾ ਕਿ ਅਸੀਂ ਕਰ ਦੇਗੇ। ਸਾਨੂੰ ਹੁਣ ਸਫਰ ਨਹੀਂ ਹੁੰਦਾ ਹੈਗਾ, ਕਿਉਂਕਿ ਸਾਡੇ ਕੋਲ ਹੱਥ ਨੂੰ ਥੋੜੀ ਬਹੁਤ ਸਕਿੱਲ ਹੈ, ਅਸੀਂ ਆਪਦਾ ਸਕਿੱਲ ਯੂਜ਼ ਕਰਦੇ, ਸਾਨੂੰ ਸਾਡੇ ਸਕਿੱਲ ਦੇ ਅਕੋਰਡਿੰਗ ਪੈਸੇ ਮਿਲਦੇ ਨੇ। ਸਹੀ। ਹੁਣ ਤੁਸੀਂ ਕਹਿ ਦੋ ਵੀ ਅਸੀਂ ਤੁਹਾਡੇ ਬਰਾਬਰ ਦੇ ਆ ਕੇ ਪੈਸੇ ਲੈ ਕੇ, ਪਹਿਲਾਂ ਤੁਹਾਨੂੰ ਕੰਮ ਸਿੱਖਣਾ ਪੈਣਾ। ਸਹੀ, ਇਹੀ ਚੀਜ਼ ਹੁੰਦੀ ਹੈ। ਬਿਲਕੁਲ ਬਾਈ ਜੀ, ਜਿਹੜੀਆਂ ਤੁਹਾਡੇ ਕੋਲ ਅਸੀਂ ਗੱਲਾਂ ਸੁਣ ਰਹੇ ਹਾਂ ਨਾ, ਇਹ ਜਦੋਂ ਸਾਡੇ ਦਰਸ਼ਕ ਦੇਖਣਗੇ ਪ੍ਰਾਈਮ ਏਸ਼ੀਆ ਟੀਵੀ ਦੇ ਰਾਹੀਂ, ਤਾਂ ਉਹਨਾਂ ਨੂੰ ਕਾਫੀ ਕੁਝ ਸੋਚਣ ਨੂੰ ਸਮਝਣ ਨੂੰ ਮੌਕਾ ਮਿਲੂਗਾ ਕਿ ਭਾਈ ਕੀ ਕੁਝ ਚੱਲਦਾ। ਤੇ ਜਦੋਂ ਅਸੀਂ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਤਾਂ ਆਹ ਗੱਲਾਂ ਵੀ ਸਾਡੇ ਜ਼ਿਹਨ ਦੇ ਵਿੱਚ ਹੋਣੀਆਂ ਹੀ ਚਾਹੀਦੀਆਂ। ਇਹ ਗੱਲਾਂ ਦੇ ਉੱਤੇ ਅਸੀਂ ਅਮਲ ਕਰਨਾ ਤੇ ਫਿਰ ਅਸੀਂ ਆਪਣੇ ਬੱਚੇ ਵਿਦੇਸ਼ਾਂ ਦੇ ਵੱਲ ਭੇਜਣੇ ਆ। ਤੇ ਮੇਰੀ ਫਿਰ ਬੇਨਤੀ ਹੈ ਵੀ ਭਾਵੇਂ ਤੁਸੀਂ ਕੈਨੇਡਾ 'ਚ ਭੇਜੋ ਤੇ ਭਾਵੇਂ ਭੇਜੋ ਅਮਰੀਕਾ 'ਚ ਤੇ ਭਾਵੇਂ ਭੇਜੋ ਇੰਗਲੈਂਡ ਦੇ ਵਿੱਚ, ਪੈਂਦੀ ਸੱਟੇ ਇਹ ਤਾਂ ਗੱਲ ਦਿਮਾਗ 'ਚੋਂ ਹੀ ਕੱਢ ਦਿਓ ਵੀ ਭਾਈ ਬੱਚੇ ਨੇ ਸਾਨੂੰ ਪੈਸੇ ਭੇਜਣੇ ਸ਼ੁਰੂ ਕਰ ਦੇਣੇ ਆ। ਇਹ ਗੱਲ ਸੋਚਣੀ ਵੀ ਨਹੀਂ ਚਾਹੀਦੀ, ਕਿਉਂਕਿ 2-3 ਸਾਲ ਤਾਂ ਉਹਨਾਂ ਨੂੰ ਇੱਥੋਂ ਦਾ ਮਾਹੌਲ ਸਮਝਣ, ਇੱਥੋਂ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਉੱਤੇ ਲੱਗ ਜਾਣਾ, ਤੇ ਫਿਰ ਜਦੋਂ ਭੇਜੇ ਆਪਣੇ ਬੱਚੇ ਤੇ ਫਿਰ ਇਹਨਾਂ ਨੇ ਹੌਲੀ-ਹੌਲੀ ਆਪਣੇ ਬਾਰੇ ਸੋਚਣਾ। ਮੈਂ ਸਹੀ ਕਹਿ ਰਿਹਾ ਜੀ? ਤੁਹਾਨੂੰ ਵੀ ਘਰ ਦੇ ਕਹਿੰਦੇ ਕਿ ਨਹੀਂ ਭੇਜੋ ਥੋੜਾ ਜਿਹਾ ਪੈਸੇ, ਪਾਓ 4 ਪੈਸੇ? ਨਹੀਂ ਜੀ, ਹੁਣੇ ਤਾਂ ਨਹੀਂ ਕਹਿ ਰਹੇ, ਤੱਕ ਤਾਂ ਨਹੀਂ ਕਹਿ ਰਹੇ, ਆਉਣ ਵਾਲੀ ਉਮੀਦ ਤਾਂ ਚਲੋ ਹੁੰਦੀ ਹੈ ਨਾ ਸਾਰੇ ਪੈਰੈਂਟਸ ਨੂੰ। ਤੇ ਫਿਰ ਜਿਹੜੇ ਮੇਰੇ ਵਰਗੇ ਆ ਵੀ ਚਲ ਐਪਲ ਦਾ ਫੋਨ ਭੇਜੀ, ਆਉਂਦੇ ਫੋਨ ਫਾਨ? ਹਾਂਜੀ ਆਉਂਦੇ ਆ, ਇਹ ਆਉਂਦੇ ਆ, ਬਿਲਕੁਲ ਕਹਿੰਦੇ ਆ। ਵੱਡੀ ਗੱਲ ਇਹ ਜੀ ਕਿ ਇੱਥੇ ਕੋਈ ਪੱਤਿਆਂ ਨੂੰ ਮੈਂ ਨਹੀਂ ਦੇਖਿਆ ਵੀ ਭਾਈ ਪੱਤਿਆਂ ਵਾਂਗੂ ਨੋਟ ਲੱਗੇ ਆ, ਕੋਈ ਪਾਉਂਡ ਲੱਗੇ ਆ। ਇਹ ਸਾਡਾ ਇੱਕ ਭਰਮ ਆ ਬਣਦਾ ਵੀ ਭਾਈ ਇੱਥੇ ਮੌਜਾਂ ਹੀ ਹਨ, ਇੱਥੇ ਨਜ਼ਾਰੇ ਹੀ ਹਨ।
ਜਿਹੜੇ ਬੰਦੇ ਸਥਾਪਤ ਆ ਉਹ ਤੁਹਾਡੀਆਂ ਲੋੜਾਂ ਦੀ ਪੂਰਤੀ ਵੀ ਕਰ ਸਕਦੇ ਤੇ ਕਰਦੇ ਵੀ ਰਹਿਣ, ਉਹ ਵੀ ਸਾਡੇ ਸਤਿਕਾਰਯੋਗ ਭੈਣਾਂ ਵੀਰ ਨੇ। ਪਰ ਜਿਹੜੇ ਸੰਘਰਸ਼ੀਲ ਆ ਇਹਨਾਂ ਨੇ 4-5 ਸਾਲ ਕਿਸੇ ਨੂੰ ਕੁਝ ਵੀ ਨਹੀਂ ਦੇ ਸਕਣਾ। ਇਹਨਾਂ ਦੀ ਮਦਦ ਕਰਿਆ ਕਰਕੇ, ਇਹ ਨਹੀਂ ਵੀ ਜੇਕਰ ਕੋਈ ਅਸਫਲ ਹੁੰਦਾ ਤਾਂ ਆਪਾਂ ਟੀਚਰ ਕਰਕੇ ਲੈ ਬਣ ਗਿਆ ਵੱਡਾ ਅੰਗਰੇਜ਼, ਇਹ ਬਣੂ ਅੰਗਰੇਜ਼, ਇਹ ਦਿਓ ਮਾਤ ਉਹਨਾਂ ਨੂੰ। ਕੁਝ ਹੋਰ ਦੱਸਣਾ ਚਾਹੁੰਦੇ ਹੋ ਇੱਥੋਂ ਦੇ ਮਾਹੌਲ ਬਾਰੇ? ਇੱਕ ਗੱਲ ਮੈਂ ਕਹਿਣਾ ਚਾਹੂੰਗਾ ਟੈਣਾ ਸਾਹਿਬ, ਜਿਵੇਂ ਆਪਾਂ ਇੰਡੀਆ ਤੋਂ ਫਾਈਲ ਲਗਵਾਉਂਦੇ ਆ, ਏਜੰਟ ਕੀ ਕਹਿੰਦੇ ਆ, ਤੁਸੀਂ ਜਾਓ ਜਹਾਜ਼ ਤੋਂ ਉਤਰੋਗੇ, ਉੱਥੇ ਲਾਈਨ ਲੱਗੀ ਹੋਊਗੀ ਤੁਹਾਨੂੰ ਜੋਬ ਲਈ 10 ਪੌਂਡ ਘੰਟੇ ਦੀ, ਤਾਂ ਐਂ ਹੀ ਮਿਲ ਜੂਗੀ। ਉਹ ਐਂ ਬਣਾ ਕੇ ਮਹੀਨੇ ਦਾ ਬਣਾ ਦਿੰਦੇ, 3 ਲੱਖ ਰੁਪਏ ਮਹੀਨੇ ਦਾ ਤੁਹਾਡੇ ਅਕਾਊਂਟ 'ਚ ਆਉਣ ਲੱਗ ਜੂਗਾ। ਤੇ ਇਸ ਬਰਮ ਭੁਲੇਖੇ ਜੋ ਮਤਲਬ ਜੋ ਵੀ ਆਵੇ ਸਟੂਡੈਂਟ ਇਹ ਚੀਜ਼ ਮਾਈਂਡ ਤੋਂ ਕੱਢ ਕੇ ਚੱਲੇ ਵੀ ਏਜੰਟਾਂ ਨੂੰ ਕੀ, ਉਹਨਾਂ ਨੂੰ ਸਿਰਫ ਆਪਣੇ ਪੈਸੇ ਤੋਂ ਆਪਣੇ ਸਿਸਟਮ ਜੋ ਮਤਲਬ ਹੁੰਦਾ ਹੈ ਉਹ ਬੱਚੇ ਦਾ ਨਹੀਂ ਸੋਚਦੇ। ਹਾਂ ਕੁਝ ਏਜੰਟ ਹੁੰਦੇ ਆ ਜੋ ਰਿਐਲਿਟੀ ਵੀ ਦੱਸਦੇ ਆ, ਬਟ ਮੋਸਟਲੀ 90% ਜਿੱਥੋਂ ਤੱਕ ਅਸੀਂ ਦੇਖਿਆ ਸੁਣਿਆ ਉਹ ਕੀ ਕਹਿੰਦੇ ਆ, ਤੁਸੀਂ ਜਹਾਜ਼ ਤੋਂ ਉਤਰੋ 10 ਪੌਂਡ ਘੰਟੇ ਦੀ ਜੋਬ ਤੁਹਾਡੇ ਲਈ ਤਿਆਰ ਹੈ, ਤੇ ਉਹ ਕੈਲਕੂਲੇਟ ਕਰਕੇ 3 ਲੱਖ ਮਹੀਨੇ ਦਾ ਬਣਾ ਦਿੰਦੇ ਆ। ਤੇ ਇਹ ਚੀਜ਼ ਆਪਾਂ ਨੂੰ ਸੋਚ ਕੇ ਵਿਚਾਰ ਕੇ ਫੇਰ ਆਣੀ ਚਾਹੀਦੀ। ਜੇ ਤੁਹਾਡੇ ਸੂਬੇ ਦੇ ਵਿੱਚ ਤੁਹਾਡੀ ਕਾਬਲੀਅਤ ਦੇ ਮੁਤਾਬਕ ਤੁਹਾਨੂੰ ਰੋਜ਼ਗਾਰ ਮਿਲਦਾ ਜੀ, ਫਿਰ ਤੁਸੀਂ ਆਉਂਦੇ ਇੰਗਲੈਂਡ ਨੂੰ? ਨਹੀਂ ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਨਹੀਂ ਜੀ। ਆਉਂਦਾ, ਕੋਈ ਵੀ ਨਹੀਂ ਆਉਂਦਾ ਫਿਰ ਤਾਂ। ਹਾਂ ਹਾਂਜੀ, ਫਿਰ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਆਪਦਾ ਘਰ ਪਰਿਵਾਰ ਆਪਦੇ ਮਾਪਿਆਂ ਨੂੰ ਛੱਡ ਕੇ ਤੇ ਅਸੀਂ ਕਿਸੇ ਦੂਸਰੇ ਦੇਸ਼ 'ਚ ਜਾਈਏ ਜਿੱਥੋਂ ਮੈਂ ਅਸੀਂ ਸਾਲ 2 ਸਾਲ ਮੁੜ MCA ਕੇ ਕਰੀ ਸੀ ਜੀ ਇੰਡੀਆ 'ਚ, ਉਦੋਂ ਕੋਰੋਨਾ ਆ ਗਿਆ। ਕੋਵਿਡ ਦੇ ਦੌਰਾਨ ਨੋਇਡਾ ਜੋਬ ਕਰੀ, 15,000 ਮਹੀਨੇ ਦੀ ਸੈਲਰੀ ਸੀਗੀ। ਕੋਵਿਡ ਤੋਂ ਬਾਅਦ ਬਸ ਸਾਰਾ ਸਿਸਟਮ ਉੱਥੇ ਠੱਪ ਹੋ ਗਿਆ, ਉਸ ਤੋਂ ਬਾਅਦ ਇਹ ਡਿਸੀਜਨ ਲਿਆ ਇੱਧਰ ਆਉਣ ਦਾ। ਮੈਂ ਵੀ ਜੀ ਇੰਡੀਆ ਤੋਂ MSc IT ਕੀਤੀ ਹੋਈ ਹੈ, 5 ਸਾਲ ਮੈਂ ਬੈਂਕ 'ਚ ਜੌਬ ਕੀਤੀ, ਬਟ ਉੱਥੇ ਕੀ ਸੀਗਾ ਉਹੀ 10,000 ਤੋਂ ਲੈ ਕੇ 15,000 ਦੇ ਵਿੱਚ ਜੌਬ, ਪਰ ਉਹਦੇ ਨਾਲ ਨਹੀਂ ਆਪਾਂ ਕਰ ਸਕਦੇ ਨਾ ਕੁਝ ਵੀ। ਫਿਰ ਬਿਊਟੀ ਲਾਈਨ 'ਚ ਸਵਿਚ ਕੀਤਾ, ਉਸ 'ਚ ਵੀ ਕੋਈ ਸਿਰਫ ਅਗਰ ਆਪਾਂ ਸੈਲੂਨ ਤੇ ਵੀ ਜੌਬ ਕਰਦੇ ਹਾਂ ਤਾਂ ਉਹੀ ਸਿਰਫ 10,000 ਜਾਂ 15,000 ਜੌਬ ਦਿੰਦੇ ਆ, ਪਰ ਆਪਣੇ ਟੈਲੈਂਟ ਦੀ ਉੱਥੇ ਕੋਈ ਕਦਰ ਨਹੀਂ ਹੈਗੀ। ਟੈਲੈਂਟ ਨੂੰ ਨਹੀਂ ਪਛਾਣਦੇ ਕਿ ਆਪਾਂ ਕਿੰਨੇ ਕੁ ਟੈਲੈਂਟਡ ਹੈਗੇ, ਆਪਣੇ 'ਚ ਕਿੰਨੇ ਕੁ ਸਕਿੱਲਸ ਹੈਗੇ ਨੇ। ਸਿਰਫ ਉੱਥੇ ਇਹ ਦੇਖਦੇ ਆ ਵੀ ਉੱਥੇ ਵੀ ਇਹੀ ਯੂਜ਼ ਕਰਦੇ ਆ ਵੀ ਆਪਾਂ ਇਹਨਾਂ ਕੋਲੋਂ ਜਿੰਨਾ ਜ਼ਿਆਦਾ ਕੰਮ ਲੈ ਸਕੀਏ। ਇਸ ਕਰਕੇ ਅਸੀਂ ਸੋਚਦੇ ਹਾਂ ਵੀ ਚਲੋ ਵਿਦੇਸ਼ ਜਾਈਏ, ਹੋ ਸਕਦਾ ਅਸੀਂ ਆਪਣੇ ਕਰਜ਼ੇ ਲਾ ਦਈਏ ਜਾਂ ਆਪਣੇ ਘਰ ਪਰਿਵਾਰ ਨੂੰ ਸੌਖਾ ਕਰ ਦਈਏ। ਜੇ ਇਹੀ ਚੀਜ਼ਾਂ ਸਾਨੂੰ ਇੰਡੀਆ 'ਚ ਮਿਲਦੀਆਂ, ਅਸੀਂ ਕਦੇ ਨਹੀਂ ਸੋਚਦੇ ਸੀ ਵੀ ਅਸੀਂ ਦੇਸ਼ ਛੱਡ ਕੇ। ਬਿਲਕੁਲ ਬਾਈ ਜੀ, ਤੁਸੀਂ ਦੱਸੋ ਵੀ ਜਿਹੜੇ ਨਾ ਗੋਰੇ ਆ ਉਹ ਪੰਜਾਬ 'ਚ ਨੌਕਰੀ ਕਰਨ ਆਇਆ ਕਰਨਗੇ, ਤੇ ਤੁਹਾਡੇ ਨਾਲ ਕਿਸੇ ਨੇ ਕੋਈ ਰਾਏ ਕੀਤੀ ਵੀ ਭਾਈ ਮੈਂ ਜਾਣਾ ਇਧਰ ਭੁੱਚੋ ਮੰਡੀ ਵੱਲ ਜਾਣਾ ਚਾਹੁੰਦਾ, ਮੈਂ ਕੋਈ ਮਾਨਸੇ ਦੇ ਫਲਾਣੇ ਪਿੰਡ ਦੇ ਵੱਲ ਜਾਣਾ, ਦੱਸਿਓ ਵੀ ਬਰਨਾਲੇ ਦੇ ਫਲਾਣੇ ਏਰੀਏ ਦੇ ਵਿੱਚ ਕੋਈ ਜੌਬ ਨਿਕਲਦੀ ਹੋਵੇ? ਕਿਸੇ ਨੇ ਕੀਤਾ ਸੰਪਰਕ ਕੇ ਨਹੀਂ ਹਾਲੇ ਤੱਕ? ਇਹ ਤਾਂ ਗੱਲਾਂ ਹੁਣ ਗੱਲਾਂ ਹੀ ਹੋਰ ਪਾਸੇ ਲੈ ਗਏ ਹੋ। ਬਟ ਜੇ ਅਸੀਂ ਪ੍ਰੈਕਟੀਕਲੀ ਸੋਚੀਏ ਨਾ ਤਾਂ ਇਹ ਚੀਜ਼ਾਂ ਪੋਸੀਬਲ ਵੀ ਹੋ ਸਕਦੀਆਂ ਨੇ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ। ਕਿਉਂਕਿ ਜੋ ਸਾਡਾ ਹੈਗਾ ਸੀ ਨਾ ਕਿ ਜੋ ਅਸੀਂ ਆਪਦੀ ਕਾਬਲੀਅਤ ਸੀ, ਜੇ ਅਸੀਂ ਆਪਦੀ ਕੰਟਰੀ ਯੂਜ਼ ਕਰਦੇ, ਸਾਡੀ ਕੰਟਰੀ ਕਿਤੇ ਦੀ ਕਿਤੇ ਹੋਣੀ ਸੀ ਤੇ ਸਾਡਾ ਸਾਰਾ ਕੁਝ ਹੀ ਫਾਰਵਰਡ ਹੋਣਾ ਸੀ ਵੀ ਹਾਂ ਵੀ ਅਸੀਂ ਕਿਸੇ ਕਾਮਯਾਬ ਹੋਣਾ ਸੀ ਆਪਦੀ ਮੈਂ ਕੰਟਰੀ ਕਹਿਣਾ 'ਚ। ਚਾਹੂੰਗੀ ਇੱਥੇ ਇੰਡੀਅਨਸ ਨੂੰ ਹਾਰਡ ਵਰਕ ਤੇ ਕਿਉਂ ਰੱਖਦੇ ਆ? ਉਹਨਾਂ ਨੂੰ ਪਤਾ ਹੈ ਵੀ ਇੰਡੀਅਨ ਜਿਹੜੇ ਹੈਗੇ ਨੇ ਸਟੂਡੈਂਟ ਹੈ ਚਾਹੇ ਕੋਈ ਵੀ ਹੈ ਵੀ ਉਹ ਬਹੁਤ ਹਾਰਡ ਵਰਕ ਕਰਦੇ ਨੇ ਤੇ ਉਹ ਬਹੁਤ ਅੱਛਾ ਕੰਮ ਕਰ ਸਕਦੇ ਨੇ, ਤਾਂ ਹੀ ਉਹਨਾਂ ਨੂੰ ਇੱਥੇ ਜੌਬਸ ਮਿਲਦੀਆਂ। ਜੇ ਗੋਰੇ ਹੀ ਹਾਰਡ ਵਰਕ ਕਰ ਸਕਦੇ ਹੁੰਦੇ ਤਾਂ ਫਿਰ ਤਾਂ ਉਹ ਇੰਡੀਆ ਜ਼ਰੂਰ ਜਾਂਦੇ। ਉਹਨਾਂ ਨੂੰ ਪਤਾ ਹੈ ਵੀ ਅਸੀਂ ਜਿੰਨਾ ਕਮਾਣਾ ਅਸੀਂ ਵੀਕਐਂਡ ਤੇ ਉਡਾ ਦੇਣਾ, ਠੀਕ ਹੈ। ਇਸ ਕਰਕੇ ਇੰਡੀਅਨਸ ਨੂੰ ਇੱਥੇ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਨੋ ਡਾਊਟ, ਕਿਉਂਕਿ ਉਹ ਹਾਰਡ ਵਰਕ ਬਹੁਤ ਕਰਦੇ ਆ। ਜੀ ਜੀ, ਗੋਰਿਆਂ ਨਾਲੋਂ ਜ਼ਿਆਦਾ ਕੰਮ ਕਰ ਸਕਦੇ। ਚਲੋ ਜੀ, ਸਾਨੂੰ ਤੁਹਾਡੇ ਤੇ ਬਹੁਤ ਜ਼ਿਆਦਾ ਮਾਣ ਆ ਬਾਈ ਜੀ। ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਸੀਂ ਵੀ ਸਾਰੇ ਜਾਣੇ ਜ਼ਿੰਦਾਬਾਦ ਰਹੋ। ਜਿੰਨੇ ਵੀ ਵਿਦਿਆਰਥੀ ਵਰਗ ਦੇ ਨਾਲ ਜੁੜੇ ਹੋਏ ਭਾਈਚਾਰੇ ਦੇ ਲੋਕ ਆਪਣੇ, ਭਾਵੇਂ ਉਹ ਕਿਸੇ ਵੀ ਸੂਬੇ ਦੇ ਵਿੱਚ ਆ, ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਉਹ ਲਗਾਤਾਰ ਸੰਘਰਸ਼ ਦੇ ਨਾਲ ਮੱਥਾ ਲਾ ਕੇ ਰੱਖਣ। ਤੇ ਇੱਕ ਮੇਰੀ ਬੇਨਤੀ ਹੋਰ ਆ, ਬਹੁਤ ਸਾਰੀਆਂ ਗਲਤੀਆਂ ਸਾਡੇ 'ਚ ਵੀ ਹੋਣਗੀਆਂ, ਤੁਹਾਡੇ 'ਚ ਵੀ ਹੋਣਗੀਆਂ, ਜਾਂ ਤੁਹਾਡੇ 'ਚ ਨਹੀਂ ਤਾਂ ਆਪਣੇ ਭਾਈਚਾਰੇ 'ਚ ਹੋਣਗੀਆਂ, ਵਿਦਿਆਰਥੀ ਵਰਗ 'ਚ ਵੀ ਹੋਣਗੀਆਂ। ਉਹਨਾਂ ਨੂੰ ਵੀ ਉਹ ਦੂਰ ਕਰਕੇ ਤੇ ਇੱਕ ਦੂਜੇ ਦੇ ਨਾਲ ਜਿਹੜਾ ਗੈਪ ਬਣਿਆ, ਜਿਹੜੀ ਵਿੱਥ ਬਣੀ ਆ, ਉਹ ਮਿਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹਨੇ ਕੰਮ ਦੇਣਾ ਤੇ ਜਿਹਨੇ ਕੰਮ ਕਰਨਾ, ਉਹਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਚਾਹੀਦੀ ਹੈ। ਕਿਉਂਕਿ ਜੇਕਰ ਮਨਾਂ ਦੇ ਵਿੱਚ ਵਿੱਥਾਂ ਹੋਣਗੀਆਂ, ਯਾਰ ਇਹ ਮੇਰਾ ਨੁਕਸਾਨ ਨਾ ਕਰਨ, ਇਹ ਤਾਂ ਯਾਰ ਕੰਮ ਨਹੀਂ ਸਹੀ ਕਰਦੇ, ਆਪਾਂ ਕਹਾਂਗੇ ਯਾਰ ਇਹ ਕੰਮ ਬਲੈਂਦਾ ਬਹੁਤ ਆ, ਪੈਸੇ ਘੱਟ ਦਿੰਦੇ ਆ, ਇਹ ਦੂਰੀਆਂ ਖਤਮ ਹੋ ਜਾਣ। ਆਪਾਂ ਸਾਰੇ ਜਾਣੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੀਏ। ਤੁਸੀਂ ਜ਼ਿੰਦਾਬਾਦ ਰਹੋ, ਅੱਗੇ ਵਧੋ ਹਮੇਸ਼ਾ, ਇਹ ਸਾਡੀ ਦਿਲੀ ਤੌਰ ਤੇ ਇੱਛਾ ਹੈ ਜੀ। ਕਾਮਨਾ, ਥੈਂਕ ਯੂ, ਬਹੁਤ ਮਿਹਰਬਾਨੀ। ਤੁਸੀਂ ਛੇ ਦੀ ਪੱਕੇ ਵੀ ਹੋ ਜਾਓ ਤੇ ਫਿਰ ਤੁਸੀਂ ਪੰਜਾਬ ਦੇ ਵਿੱਚ ਆ ਕੇ, ਤੁਸੀਂ ਹਰਿਆਣੇ 'ਚ ਆ ਕੇ ਆਪਦਾ ਪੂੰਜੀ ਨਿਵੇਸ਼ ਵੀ ਕਰੋ, ਤੁਹਾਡੇ ਪਿੰਡ ਸਲਾਮਤ ਰਹਿਣ। ਬਹੁਤ ਮਿਹਰਬਾਨੀ। ਤਾਂ ਦੋਸਤੋ, ਇਹ ਸਾਡੇ ਨਾਲ ਕੁਝ ਵਿਦਿਆਰਥੀ ਸਨ, 5-6 ਵਿਦਿਆਰਥੀ, ਜਿਨ੍ਹਾਂ ਨੇ ਦੱਸਿਆ ਜੀ ਕਿ ਅਸੀਂ ਕਿਉਂ ਆਏ, ਕਿਵੇਂ ਆਏ, ਕੀ ਸਾਡੇ ਮਨ ਦੇ ਜਜ਼ਬਾਤ ਸੀ, ਅੱਜ ਹਾਲਾਤ ਕੀ ਆ, ਕਿਵੇਂ ਸੰਘਰਸ਼ ਆ, ਸ਼ੋਸ਼ਣ ਵੀ ਆ, ਪੈਸੇ ਮਿਲਦੇ ਆ ਨਹੀਂ ਮਿਲਦੇ, ਬਹੁਤ ਸਾਰੀਆਂ ਗੱਲਾਂ ਨੇ ਦੱਸੀਆਂ। ਤੇ ਇਹ ਸਾਂਝੀਆਂ ਕਰਨ ਦਾ ਮਕਸਦ ਇਹੀ ਹੈ ਕਿ ਜਦੋਂ ਵੀ ਤੁਸੀਂ ਆਪਣੇ ਕਿਸੇ ਧੀ ਭੈਣ ਨੂੰ, ਭਰਾ ਨੂੰ ਭੇਜਦੇ ਹੋ ਜਾਂ ਭੇਜਣ ਬਾਰੇ ਸੋਚ ਰਹੇ ਹੋ ਜਾਂ ਕੋਈ ਆਉਣ ਦੇ ਬਾਰੇ ਸੋਚ ਰਿਹਾ, ਤਾਂ ਇਸ ਪ੍ਰੋਗਰਾਮ ਨੂੰ ਦੇਖ ਕੇ, ਸੁਣ ਕੇ
ਪਹਿਲਾਂ ਹੀ ਤੁਸੀਂ ਆਪਦਾ ਇੱਕ ਖਿਆਲ ਬਣਾ ਲਓ, ਇੱਕ ਰਾਏ ਬਣਾ ਲਓ ਵੀ ਇਉਂ ਵੀ ਹੋ ਸਕਦਾ। ਹੁਣ ਦਿਓ ਆਗਿਆ, ਬਹੁਤ ਬਹੁਤ ਧੰਨਵਾਦ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।